ਸੱਜਣ ਸੀ ਨਾਲ ਮੈਂ ਚਲਦਿਆਂ ਨਾਲ ਚਲਨ ਚਲਦਿਆਂ ਨਾਲ ਚਲਨ ਸੱਜਣ ਸੀ ਨਾਲ ਮੈਂ ਚਲਦਿਆਂ ਨਾਲ ਚਲਨ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ ਜਿੱਥੇ ਖੜੇ ਦਿਸਨ ਸੱਜਣ ਸੀ ਨਾਲ ਮੈਂ ਚਲਦਿਆਂ ਨਾਲ ਚਲਨ ਚਲਦਿਆਂ ਨਾਲ ਚਲਨ ਉਜਲ ਕਹਿਆ ਚਿਲਕਣਾ ਓਟਮ ਕਾਲੜੀ ਮਸ ਉਜਲ ਕਹਿਆ ਚਿਲਕਣਾ ਓਟਮ ਕਾਲੜੀ ਮਸ ਤੋਤੇ ਝੂਠ ਨਾ ਉਤਰੈ ਜੇ ਸੋ ਤੋਵਾ ਤਿਸ ਜੇ ਸੋ ਤੋਵਾ ਤਿਸ ਸੱਜਣ ਸੀ ਨਾਲ ਮੈਂ ਚਲਦਿਆਂ ਨਾਲ ਚਲਨ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ ਸੱਜਣ ਸੀ ਨਾਲ ਮੈਂ ਚਲਦਿਆਂ ਨਾਲ ਚਲਨ
ਚਲਦਿਆਂ ਨਾਲ ਚਲਨ। ਕੋਠੇ ਮੰਡਪ ਮਾੜੀਆਂ ਪਾਸੋ ਚਿੱਤ ਵੀਆ। ਟੱਠੀਆਂ ਕੰਮ ਨਾ ਆਵਣੀ ਵਿੱਚੋਂ ਸਖਣੀਆਂ। ਵਿੱਚੋਂ ਸਖਣ ਸੱਜਣ ਸੇਈ ਨਾਲ ਚਲਦਿਆਂ ਨਾਲ ਚਲਨ। ਚਲਦਿਆਂ ਨਾਲ ਚਲਨ। ਜਿੱਥੇ ਲੇਖਾ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ। ਚਲਦਿਆਂ ਨਾਲ ਚਲਨ। ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ। ਕੁੱਟ ਕੁੱਟ ਜੀਆ ਖਾਵਣੇ ਬੱਗੇ ਨਾ ਕਹੀਅਨ। ਬੱਗੇ ਨਾ ਕਹੀਅਨ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ। ਚਲਦਿਆਂ ਨਾਲ ਚਲਨ। ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ। ਚਲਦਿਆਂ ਨਾਲ ਚਲਨ।
सिमल रुख शरीर मैं जन देख पुलन सिमल रुख शरीर मैं जन देख पुलन से फल तम ना आवनी ते गुण मैं तन हन ते गुण मैं तन हन सज्जन से चल दिया नाल चलन चल दिया नाल चलन जिथे लेखा मंगिए तिथे खड़े दिसन सज्जन से नाल मैं चल दिया नाल चलन चल दिया नाल चलन अंधले पार उठाया डूगर वाट बहुत अखी लोड़ी नालहा ओ चढ़ लंगा कित हों चढ़ लंगा कित सज्जन से नाल मैं चल दिया नाल चलन चल दिया जिथे लेखा मंगिए तिथे खड़े दिसन सज्जन से नाल मैं चल दिया नाल चलन चल दिया नाल चलन
ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟੈ ਜਿਤ ਬੱਧਾ ਛੁਟੈ ਜਿਤ ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲਨ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਸੱਜਣ ਸੀ ਨਾਲ ਮੈਂ ਚਲਦਿਆਂ ਨਾਲ ਚਲਨ ਚਲਦਿਆਂ ਨਾਲ ਚਲਨ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੀ ਦਿਸਨ ਰਹਾਉ। ਅਸੀਂ ਜੋ ਸ਼ਬਦ ਗਾਇਨ ਕੀਤਾ ਗੁਰੂ ਗ੍ਰੰਥ ਸਾਹਿਬ ਦੇ 729 ਅੰਕ 'ਤੇ ਸ਼ਬਦ ਹੈ। ਇਸ ਦਾ ਸਿਰਲੇਖ ਹੈ ਸੂਈ ਮਹਿਲਾ ਪਹਿਲਾ ਘਰ ਛੇਵਾਂ। ਸੂਹੀ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ। ਰਾਗ ਦੇ ਤਾਲ ਦੀ ਪਿੱਚ ਜਿਸ ਵਿੱਚ ਇਸ ਨੂੰ ਗਾਇਨ ਕੀਤਾ ਜਾਂਦਾ ਹੈ ਘਰ ਛੇਵਾਂ। ਇਹ ਸ਼ਬਦ ਗੁਰੂ ਨਾਨਕ ਸਾਹਿਬ ਦਾ ਇਸ ਸ਼ਬਦ ਦਾ ਰਹਾਉ। ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਨ। ਜੇ ਸਾਨੂੰ ਆਪਣੇ ਜੀਵਨ ਵਿੱਚ ਸਮਝ ਆ ਜਾਏ ਕਿ ਲੇਖਾ ਜੋਖਾ ਕੀ ਹੁੰਦਾ ਹੈ ਤਾਂ ਸ਼ਬਦ ਸਾਨੂੰ ਸੌਖਾ ਸਮਝ ਆ ਜਾਏਗਾ। ਸਿਰਫ ਸਮਝ ਹੀ ਨਹੀਂ ਆ ਜਾਏਗਾ, ਲੇਖੇ ਤੋਂ ਛੁੱਟਣ ਵਾਸਤੇ ਉਦਮ ਹੀ ਕਰਾਂਗੇ। ਵਰਨਾ ਅਸੀਂ ਲੇਖੇ ਤੋਂ ਅਨਅਵੇਅਰ ਹਾਂ, ਉਸ ਪਾਸੋਂ ਮਦਹੋਸ਼ ਹਾਂ, ਉਸ ਪਾਸੋਂ ਬੇਹੋਸ਼ ਹਾਂ, ਅਸੀਂ ਸੁੱਤੇ ਹੋਏ ਹਾਂ। ਸਾਨੂੰ ਪਲ ਪਲ ਜਿਹੜਾ ਲੇਖਾ ਪੈਂਦਾ ਸਾਨੂੰ ਉਹਦੇ ਬਾਰੇ ਪਤਾ ਨਹੀਂ ਹੈ। ਸਰਵਰ ਪੰਖੀ ਹੇਕੜੋ ਫਾਹੀ ਵਾਲ 50। ਮੈਂ ਇਕੱਲਾ ਹਾਂ ਜਾਂ ਮੈਂ ਇਕੱਲੀ ਹਾਂ ਔਰ ਮੇਰੇ ਚਾਰੋਂ ਪਾਸੇ ਜਾਲ ਵਿਛਿਆ ਹੋਇਆ। ਜੇ ਮੈਨੂੰ ਉਸ ਜਾਲ ਨੂੰ ਸਮਝਣ ਦੀ ਅਕਲ ਬੂਝ ਆ ਜਾਏ, ਇਹ ਜਾਲ ਨੂੰ ਅਸੀਂ ਜੇ ਪੁਰਾਤਨ ਲੈਂਗੁਏਜ ਸਮਝਣੀ ਹੋਵੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਇਹ ਜਾਲ ਉਹ ਚੱਕਰਵਿਊਹ ਹੈ ਜਿਹੜਾ ਚਾਰੋਂ ਪਾਸੇ ਮੇਰੇ ਫੈਲਿਆ ਹੋਇਆ। ਪਿੱਛੇ ਮੈਨੂੰ ਦਿੱਲੀ ਅੱਜ ਤੱਕ ਚੈਨਲ ਵਾਲਿਆਂ ਨਾਲ ਗੱਲਬਾਤ ਹੋਈ ਤਾਂ ਸਾਡਾ ਪ੍ਰੋਗਰਾਮ ਟੀਵੀ 'ਤੇ ਨਹੀਂ ਆਉਂਦਾ ਸੀ, ਅੱਜ ਤੋਂ 5-6 ਸਾਲ ਪਹਿਲਾਂ। ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਸਾਡਾ ਪ੍ਰੋਗਰਾਮ ਤਿਆਰ ਹੈ, ਇਹਦੇ ਉੱਤੇ ਅਸੀਂ 35,000 ਰੁਪਇਆ ਲਗਾਉਂਦੇ ਹਾਂ ਤਾਂ ਸਾਡਾ ਇੱਕ ਪ੍ਰੋਗਰਾਮ ਰਿਕਾਰਡ ਹੁੰਦਾ ਹੈ। ਅਸੀਂ ਤੁਹਾਡੇ ਕੋਲ ਕੁਝ ਮੰਗਣ ਨਹੀਂ ਆਏ ਹਾਂ, ਪਰ ਅਸੀਂ ਆਪਣਾ ਤਨ ਮਨ ਧਨ ਪੈਸਾ ਸਮਾਂ ਲਗਾ ਕੇ ਪ੍ਰੋਗਰਾਮ ਕਰਦੇ ਹਾਂ। ਪੈਸੇ ਕਿਸੇ ਕੋਲੋਂ ਮੰਗਦੇ ਨਹੀਂ ਹਾਂ, ਸਾਡਾ ਕੋਈ ਡੇਰਾ ਨਹੀਂ ਹੈ। ਕੀ ਤੁਸੀਂ ਸਾਡਾ ਪ੍ਰੋਗਰਾਮ ਟੀਵੀ 'ਤੇ ਚਲਾ ਸਕਦੇ ਹੋ? ਉਹਨੇ ਮੈਨੂੰ
ਕਿਹਾ ਤੁਸੀਂ ਮਸ਼ਹੂਰ ਇਨਸਾਨ ਨਹੀਂ ਹੋ, ਅਸੀਂ ਤੁਹਾਡਾ ਕਿਵੇਂ ਚਲਾਈਏ। ਤਾਂ ਮੈਂ ਥੋੜ੍ਹਾ ਉਦਾਸ ਸੀ, ਪਰ ਅੰਦਰੋਂ ਮੈਨੂੰ ਨਾਰਾਜ਼ਗੀ ਸੀ ਕਿ ਅਸੀਂ ਜਿਸ ਚੈਨਲ ਕੋਲ ਜਾਂਦੇ ਹਾਂ ਉਹ ਸਾਨੂੰ ਇੰਝ ਮਨਾ ਕਰ ਦਿੰਦਾ ਹੈ। ਪਰ ਜੇ ਮੈਂ ਅਸ਼ਲੀਲ ਕੱਪੜੇ ਪਾ ਕੇ ਕੋਈ ਪੁੱਠਾ ਸਿੱਧਾ ਡਾਂਸ ਕਰਾਂ ਤਾਂ ਟੀਵੀ 'ਤੇ ਫ੍ਰੀ ਚਲਾ ਦਿੱਤਾ ਜਾਂਦਾ ਹੈ, ਤਾਂ ਕੈਮਰੇ ਵਾਲੇ ਆਪੇ ਹੀ ਪਹੁੰਚ ਜਾਂਦੇ ਨੇ। ਇਹ ਮੈਂ ਉਹਨੂੰ ਬੇਨਤੀ ਕੀਤੀ, ਉਹਨੇ ਮੇਰੀ ਇਸ ਗੱਲ ਨੂੰ ਸੁਣ ਕੇ ਮਹਿਸੂਸ ਕੀਤਾ ਕਿ ਮੈਂ ਮਾइंड ਕੀਤਾ है। ਉਹਨੇ ਮੈਨੂੰ ਕਿਹਾ कि अच्छा सरदार जी बताओ आपका टीवी पे चिल्लाएं क्यों। मैं उन्होंने क्या, आपने अभी पिछले हफ्ते लोगों को दिखाया कहाँ पर महाभारत का युद्ध हुआ, फिर आपने ये भी दिखाया कहाँ पर सीता जी वाटिका में ठहरी, आपने रामायण का कोई सीन लोगों को दिखाया, आपने एक जगह दिखाई जहाँ पर 5 पांडव थे। आप मेरे को बता सकते हैं अभिमन्यु की कहानी। उन्हें मनु अभिमन्यु की कट शॉर्ट कहानी सुनाई। अभिमन्यु जिहड़ा अपनी माँ के पेट विच सी, वो जदों बाहर आया उन्होंने चक्रव्यूह चों बाहर निकलना नहीं आता सी, क्योंकि माँ के पेट विच उन्हें कहानी सुनी सी। लेकिन जदों उहदा प्यो कहानी सुना रहा सी, अभिमन्यु की माँ सौ गई सी, और चक्रव्यूह चों बाहर निकलन की गल उहदी माँ ने नहीं सुनी, क्योंकि माँ सौ गई सी, इस करके अभिमन्यु ने पेट विच नहीं सुनी। ये उन्हें गल सुनाई। मैंने कहा जिस तरह बाणी विच आंदा ना, पंचाली को राजसभा में राम नाम सुधाई, इस तरह गुरु ग्रंथ साहिब थानू दसेगा पंचाली किनू कहंदे ने। कहानी अते अज मेरी पंचाली कौन है, मेरी मत। बाणी पढ़ के समझ आएगा। रोवे राम निकाला पिया, सीता लक्ष्मण विछड़ गया। मेरी मत सीता ते मेरा मन लक्ष्मण ये किवें विछड़दे ने, ते किवें मैनू मंदे ख्यालों दा जम रावण मेरी पत रोज़ लुटदा है। तो मैं उन्होंने बेनती की, ਇਹ ਜਿਹੜੀਆਂ ਕੁੰਡੀਆਂ ਨੇ ਇਹ ਸਾਡੇ ਤੇ ਰੋਜ਼ ਵਾਪਰਦੀਆਂ ਨੇ। ਇਸ ਪ੍ਰਤੀਕ ਨੂੰ ਸਮਝਣ ਵਾਸਤੇ ਨਾ ਤੁਸੀਂ ਇਹ ਕਹਾਣੀ ਤਾਂ ਗਈ ਦੱਸੀ ਕਿ ਅਭਿਮਨਯੂ ਦੀ ਮਾਂ ਸੋ ਗਈ ਸੀ। ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹ ਕੇ ਸਿੱਖਦੇ ਹਾਂ ਕਿ ਜੇ ਉਹ ਜਿਹੜਾ ਚਾਰੋਂ ਪਾਸੇ ਚੱਕਰਵਿਊਹ ਫੈਲਿਆ ਹੋਇਆ, ਜਾਲ ਫੈਲਿਆ ਹੋਇਆ, ਉਸ ਜਾਲ ਨੂੰ ਕੱਟਦੇ ਕਿਸ ਤਰ੍ਹਾਂ ਨੇ, ਉਸ ਚੱਕਰਵਿਊਹ ਚੋਂ ਬਾਹਰ ਕਿਸ ਤਰ੍ਹਾਂ ਨਿਕਲਦੇ ਨੇ। ਕਿਉਂਕਿ ਬਾਣੀ ਸਿਖਾਉਂਦੀ ਹੈ, ਇਸ ਗ੍ਰਹਿ ਮੇਂ कोई जागत रहे, कोई जागत रहे, साबत वस्तु वो अपनी लहे। इस ग्रह में कोई जागत रहे, कोई जागत रहे, साबत वस्तु वो अपनी है। जिहदी मत जागदी है ਉਹਦੀ माँ जाग रही है, और ਉਹਨੂੰ ਚੱਕਰਵਿਊਹ ਬਾਰੇ चारों पासे पसरिया होया जाल, सरवर पंखी हेखड़ो फाहीवाल 50 फसान वाले 50 नहीं, अनेकां पॉइंट हर पल साडे ते वापरदे ने, उन्हां नूं जम कहंदे ने। ये जम श्री राम नामा उचरमना आगे जम दल बिखम कना। जे तू सच नहीं लैंदा ना तां तेरे चारों पासे जमा दी फौज है, और वो तेरे कोलों चंगे गुण खो लैंदी है। जमा दी बारे जिहड़ा जम पल पल लेखा मंगदा है, कबीर जम का ठेंगा बुरा है, वो नहीं सिया जाए। जम जदों तैनूं हिपोक्रेसी सिखांदा, अज दे शब्द का पूरा टॉपिक है जम हिपोक्रेसी। मन होर मुख होर। ये जम मैनू अज दी डेट विच चमड़िया होया है, बचपन तो मैनू इहदी आदत पई। जो इंसान अपने अज दे टॉपिक दे जम नूं समझेगा वो इस जम तो छुटेगा। ये बारे असीं शब्द पढ़ते हैं, जियो मैले बारों निर्मल, बारों निर्मल जियो ता मैले, तिनी जन्म जुए हारिया। ये तिश्ना वड्डा रोग लगा, मरण मनो विसारिया। वेदा में नाम उत्तम सो सुने नहीं, फिरे ज्यों
ਬੇਤਾਲਿਆ, ਉਹਦਾ ਜੀਵਨ ਬੇਤਾਲਾ ਹੋ ਜਾਂਦਾ ਹੈ। ਉਹਦਾ ਸੌਣ ਦਾ ਕੋਈ ਟਾਈਮ ਨਹੀਂ, ਉਹਦਾ ਜੀਵਨ ਬੇਤਾਲਾ, ਉਹਦਾ ਉੱਠਣ ਦਾ ਕੋਈ ਟਾਈਮ ਨਹੀਂ, ਉਹਦਾ ਜੀਵਨ ਬੇਤਾਲਾ। ਉਹਦੀ 11-12 ਵਜੇ ਬ੍ਰੇਕਫਾਸਟ ਸ਼ੁਰੂ ਹੋਏਗਾ, ਉਹ ਵੀ ਬਿਨਾਂ ਨਹਾਤਿਆਂ। ਮਾਂ ਉਹਨੂੰ ਬੁਲਾਏਗੀ ਕਿ ਬਾਕੀਆਂ ਦਾ ਲੰਚ ਟਾਈਮ ਹੋ ਗਿਆ, ਤੂੰ ਨੇ ਨਹਾਤਾ ਵੀ ਨਹੀਂ। ਉਹ ਅੱਖਾਂ ਮਲਦਾ ਹੋਇਆ ਉੱਠ ਕੇ ਆਏਗਾ ਔਰ ਗੁੱਸਾ ਕਰੇਗਾ, क्या बनाया है, ये मेरे को पसंद नहीं है, मम्मी तुम कहाँ गए थे। ये सारा ਉਹਦਾ ਬੇਤਾਲਾ ਜੀਵਨ ਹੁੰਦਾ ਜਾਏਗਾ। ਔਰ ਉਹ 2 ਜਾਂ 3 ਵਜੇ ਦੁਨੀਆ ਦਿਖਾਉਣ ਵਾਸਤੇ ਪਰਫਿਊਮ ਲਗਾ ਕੇ ਬਾਹਰ ਜਾਏਗਾ ਔਰ ਦਿਖਾਏਗਾ, ਮੈਂ ਬਹੁਤ ਚੰਗਾ ਇਨਸਾਨ ਹਾਂ। और जिथे जाएगा रोब झाड़ेगा, जिथे जाएगा छित्था पेगा, जिथे जाएगा अपसैट होएगा, जिथे जाएगा क्रोध करेगा, जिथे जाएगा लोगों नाल खैबड़बाजी होएगी। भावें रिक्शे वाला होवे, भावें टांगे वाला होवे, भावें छाबे वाला होवे, भावें ओदी अपनी माँ भैन या पत्नी होवे, भावें कोई भी इंसान वो डील करे, उन्होंने डील करना आएगा नहीं, क्योंकि वह जीवन बेताला है। उन्होंने एक जम चंपड़िया होया, जियो मैले एक जम चमड़िया होया, गल्ली असी चंगियां आचारी बुरियां। उन्होंने एक जम चमड़िया है, मन होर मुख होर, से कांडे कच्चिया। सो जदों असी अपने लेखे नूं समझ जावांगे कि जम मैनू पल पल लेखा मंगदा है, जिस वेले जम लेखा मंगे और मैनू डील करना ना आवे, मैं अपना बैलेंस लूज कर जावां। मैं सवेरे समाधि लगाई सी, मैं मैडिटेशन कीता सी, मैं माला फेरी सी, मैं अखां बंद कीतियां सी, मैं 100 कार्ड नाम जपन दा रटन कीता सी, पर दिन विच किसी ने जरा जी मेरी इंसल्ट की, मैं बैलेंस लूज कर गया। मेरी जात का ना नहीं लिया, मैं बैलेंस लूज कर गया। मैं अपने आप को उच्ची जात वाला समझदा सी, उन्हें मैनू नीवीं जात का ना लैके बोल दिता। जिस जात नूं मैं घटिया समझदा सी, देखो कितनी मेरी हिपोक्रेसी है। बाणी मैनू कह रही है जात पात कुछ नहीं होंदा, सारे मनुख दे बंदे ने। पढ़दा भी मैं रोज़ हाँ, अवल अल्लाह नूर पाए कुदरत के सब बंदे, पर मेरे दिमाग अंदर है मेरे ना आगे मेरी जात लगे और रिश्ता उसी बरादरी चों मिले। साध संगत जी, अज दुनिया साडे ते हस रही है। तुसी कहंदे हो गुरु नानक साहब कहंदे ने जात पात नहीं होंदी, तुसी गुरु ग्रंथ साहिब चों बाणी पढ़दे हो, तुसी कहंदे हो खंडे की पौल छक के जात पात नहीं होंदी, पर तुहाडे सिखां दे नां दे अगे जातां लगदियां ने और तुसी जात बरादरियां दी गेम चलांदे हो। तुसी जट पापे रामगढ़िए अरोड़े और लुभाणे इस किस्म दे वखरे वखरे गुरुद्वारे बनाए हुए ने। दुनिया साडे ते हसदी है, दुनिया सानू हिपोक्रेट कहंदी है। ये गल मैं अपने वालों नहीं कह रहा हाँ, जो मेरी वर्ल्ड वाइड लोगों नाल मुखातिब होके मैनू फेस करना पैंदा है। जो लोग कहते हैं उस वेले शर्म नाल सिर नीवा हो जाता है। मेरे गुरु नानक पातशाह ने नहीं सिखाया सी कि जात पात लिखिया करिए और जात पात बरादरी का सिस्टम मन्निया करिए, पर असी जातां नाल जुड़े हुए हाँ। सत्संग जी, मैं नहीं कह सकता कि तुसी सारे हिपोक्रेट हो, पर अपने अंदर झाती मारने कि असी हिपोक्रेटिक लाइफ जी रहे हाँ और एक्सपैक्ट कर रहे हैं आने वाली पनीरी नूं सिक्खी दईए। यह हिपोक्रेटिक लाइफ है कि हाइट ऑफ हिपोक्रेसी है कि असी खालसा मतलब नो जेंडर, लेकिन असी मुंडे वाले हो के भिखारियां वांगू इंज हथ करदे हां और दाज मंगदे हाँ। जदों असी दाज मंगदे हां उस वेले जम मेरे को लेखा मंग रहा है। दुनिया नूं नहीं पता लग रहा, दुनिया दे भाणे ते मैं मुंडे वाला हाँ। अज पूरी दुनिया नूं जीवन जाच गुरु ग्रंथ साहिब जी दी बाणी सिर्फ एक गोशे विच एक कमरे अंदर बैठ के माला फेरन वास्ते नहीं है। गुरु ग्रंथ साहिब जी दी बाणी मनुख नूं पहला उहदा जीवन फिक्सअप करदी है। इसी करके अकाल तख्त दी रहत मर्यादा लिखिया है शख्सी रहनी, फिर उस बाद लिखिया पंथक रहनी। ये सिक्खी दी डेफिनेशन स्टार्ट होंदी है अकाल तख्त दी रहत मर्यादा विच। शख्सी रहनी च पहला उन्होंने फिक्सअप किया जाता है, फिर उहदा परिवारक जीवन तो लैके पंथक रहनी सिद्ध की जाती है, फिक्स की जाती है। उस तो बाद समाज नूं फिक्सअप किया जाता है। सिक्खी दी एक बड़े मुल्ले सुनहरी असूल ने
ਸਿੱਖ ਜੰਗਲਾਂ ਵਿੱਚ ਜਾ ਕੇ ਨਹੀਂ ਬਹਿੰਦਾ, ਸਿੱਖ ਆਨੰਦ ਕਾਰਜ ਕਰਾਉਂਦਾ ਹੈ, ਗ੍ਰਸਤੀ ਜੀਵਨ ਬਿਤਾਉਂਦਾ ਹੈ। ਪਰ ਸਾਧ ਸੰਗਤ ਜੀ, ਜੇ ਮੈਂ ਆਨੰਦ ਕਾਰਜ ਕਰਾਵਾਂ ਔਰ ਗ੍ਰਸਤੀ ਜੀਵਨ ਵਿੱਚ ਪਤਨੀ ਨੂੰ ਡੋਰਮੈਟ ਬਣਾ ਕੇ ਰੱਖਾਂ, ਉਹਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਾਂ, ਮੇਰਾ ਇਹ ਲਫ਼ਜ਼ ਕਈਆਂ ਨੂੰ ਚੁੱਭ ਜਾਂਦਾ, ਪਰ ਮੈਨੂੰ ਬੜਾ ਦੁੱਖ ਲੱਗਦਾ ਇਸ ਲਫ਼ਜ਼ ਨਾਲ ਕਿ ਮੇਰੀ ਇੱਕ ਮਾਂ ਧੀ ਭੈਣ ਨੂੰ ਪੈਰ ਦੀ ਜੁੱਤੀ ਕਿਉਂ ਬਣਾਇਆ ਜਾਂਦਾ ਹੈ, ਉਹਨੂੰ ਪਲ ਪਲ ਘਰ ਵਿੱਚ ਗਾਲਾਂ ਕਿਉਂ ਕੱਢੀਆਂ ਜਾਂਦੀਆਂ, ਕਿਉਂਕਿ ਮੈਂ ਮਰਦ ਹਾਂ। ਹਾਈਟ ਆਫ ਹਿਪੋਕ੍ਰੇਸੀ। ਔਰ ਮੈਨੂੰ ਕਿਹਨੇ ਹੱਕ ਦਿੱਤਾ ਕਿ ਮੈਂ ਉਹਨੂੰ ਕਹਾਂ ਤੇਰੀ ਮਾਂ ਨੇ ਤੈਨੂੰ ਇਹ ਸਿਖਾਇਆ ਹੈ। ਜਦੋਂ ਮੈਂ ਮਿਸਬਿਹੇਵ ਕਰਦਾ ਤਾਂ ਉਹ ਜੇ ਇੱਕ ਵਾਰੀ ਵੀ ਕਹਿ ਦੇ ਜਾਓ ਤੁਹਾਡੀ ਮਾਂ ਨੇ ਤੁਹਾਨੂੰ ਇਹ ਸਿਖਾਇਆ, ਤਾਂ ਉਸ ਵੇਲੇ ਮੇਰੀ ਮਾਂ ਨੂੰ ਔਰ ਮੈਨੂੰ ਇਹ ਬਰਦਾਸ਼ਤ ਨਹੀਂ ਹੁੰਦਾ। ਅਸੀਂ ਧਾਰਮਿਕ ਸਥਾਨ 'ਤੇ ਜਾ ਕੇ ਕੰਨ ਪਕੜਦੇ ਹਾਂ, ਹੱਥ ਜੋੜਦੇ ਹਾਂ, ਨੱਕ ਰਗੜਦੇ ਹਾਂ, ਪਰ ਅਸੀਂ ਸਾਰੀ ਹਿਪੋਕ੍ਰੇਸੀ ਕਰਦੇ ਹਾਂ। ਅੱਜ ਦਾ ਸ਼ਬਦ ਸਾਰਾ ਸਾਨੂੰ ਇਹ ਸਿਖਾਉਂਦਾ ਹੈ। ਮੈਂ ਟੌਪਿਕ ਨੂੰ ਜ਼ਿਆਦਾ ਉਭਾਰ ਕੇ ਲਵਾਂਗਾ, ਭਾਵੇਂ ਲਫ਼ਜ਼ੀ ਅਰਥ ਜ਼ਿਆਦਾ ਮੈਂ ਨਾ ਕਰ ਸਕਾਂ। ਮੈਨੂੰ ਸਿੱਧੇ ਰਾਹ ਟੁਰਨਾ ਨਹੀਂ ਆਉਂਦਾ, ਮੈਂ ਲੰਗੜਾ ਹਾਂ। ਮੈਨੂੰ ਆਪਣੇ ਅਵਗੁਣ ਦੇਖਣੇ ਨਹੀਂ ਆਉਂਦੇ, ਮੈਂ ਕਾਣਾ ਹਾਂ। ਮੈਨੂੰ ਦੁਨੀਆ ਵਿੱਚ ਸੱਚ ਨਜ਼ਰ ਹੀ ਨਹੀਂ ਆਉਂਦਾ, ਮੈਂ ਅੰਨਾ ਹਾਂ। ਮੈਨੂੰ ਸੱਚ ਬੋਲਣਾ ਨਹੀਂ ਆਉਂਦਾ, ਮੈਂ ਗੂੰਗਾ ਹਾਂ। ਮੈਨੂੰ ਸੱਚ ਸੁਣਾਈ ਨਹੀਂ ਦਿੰਦਾ, ਮੈਂ ਬਹਿਰਾ ਹਾਂ। ਸਾਧ ਸੰਗਤ ਜੀ, ਕਿਤਨੇ ਅਵਗੁਣ ਮੈਂ ਆਪਣੇ ਗਿਣਾ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦਾ ਗੁਰਪੁਰਬ ਮਨਾਇਆ ਜਾ ਰਿਹਾ, ਸਾਰਾ ਪੰਥ ਇਸ ਮੂਡ ਵਿੱਚ ਹੈ। ਲੇਕਿਨ ਕੱਲ ਅਸੀਂ ਇਹ ਸ਼ਬਦ ਸਮਝਿਆ ਸੀ ਕਿ ਪਹਿਲਾਂ ਮੈਂ ਆਪਣੇ ਆਪ ਨੂੰ ਅੰਨਾ ਸਮਝਾਂ। मैं अंधले की टेक तेरा नाम खुंदकारा, तेरा नाम खुंदकारा। मैं अंधले की टेक तेरा नाम खुंदकारा, तेरा नाम खुंदकारा। मैं गरीब मैं मस्कीन, तेरा नाम है आधारा, तेरा नाम है आधारा। मैं अंधले की तेरा नाम खुंदकारा, तेरा नाम खुंदकारा। हुण मैं इत्थों राम राम करा या कोई भी रब दा लफ्ज़ी रटन करा और हिपोक्रेसी पूरी जियां, उन्होंने कहते हैं बगल में छुरी मुँह में राम राम। हिपोक्रेसी है। नाम खुंदकारा मीन्स तुहाडी मत मेरे वास्ते सोटी है, टेक है, छड़ी है, जिन्नू पकड़ के मैं औखे रस्ते ते टुर सका। औखा रस्ता की है? जमा दा रस्ता। मनु पल पल जम लेखा मंगदा है। जम मीन्स मंदे ख्याल, डीमन थॉट्स, भैड़े ख्याल। ये गल बार बार बोलनी पैंदी, मेरे को लफ्ज़ होर नहीं ने। डीमन थॉट्स रख लो, असुर ख्याल रख लो, राक्षस वाले ख्याल रख लो, मंदे ख्याल रख लो, भैड़े ख्याल रख लो, वाइसिस रख लो, जो मर्जी लफ्ज़ वरत लो, पर एक गल लफ्ज़ बार बार बोलने पैणगे। मैं मन रहा हाँ कि मैं अन्ना हाँ। साध संगत जी, सिर्फ गुरु पातशाह छज्जू झीवर नूं छड़ी नहीं रखते ने, सारी दुनिया के हर मनुख नूं छड़ी फड़ाते ने। छड़ी की फड़ाते ने? तैनू तू अन्ना है, तैनू टुरना नहीं आंदा। मन के तू अन्ना है, तैनू टुरना नहीं आंदा। तेरियां अखां जम ने अन्नियां कीतियां होईयां। तैनू सच बोलना नहीं आंदा। जिस इंसान नूं सच बोलना ना आए, जिस इंसान नूं सच सुनाई ना देंदा होवे, जिहड़ा इंसान सच देख ना सकदा होए, ओनू कहंदे ने मायाधारी अतन ना बोला। पैसे वाले नूं मायाधारी नहीं कहंदे ने। स्टेटस की गल नहीं चल रही। मन जेड़े मंदे ख्यालों नूं धारण करदा है, उस मन नूं मायाधारी कहंदे ने। जो भी इंसान
सच सुने ना, सच बोले ना, सच देखे ना, सच वास्ते फेवर ना करे, ਉਹਨੂੰ ਕਹਿੰਦੇ ਨੇ ਮਾਇਆ ਤਾਰੀ ਅਤ ਅੰਨਾ ਬੋਲਾ। ਨਾ ਉਹ ਸੱਚ ਸੁਣਦਾ ਹੈ, ਨਾ ਸੱਚ ਬੋਲਦਾ ਹੈ, ਨਾ ਸੱਚ ਦੇਖਦਾ ਹੈ, ਉਹਨੂੰ ਛੜੀ ਚਾਹੀਦੀ ਹੈ। ਗੁਰੂ ਪਾਤਸ਼ਾਹ ਛੜੀ ਫੜਾਉਂਦੇ ਨੇ। ਕੱਲ ਮੈਂ ਇੱਕ ਪਰਸੈਂਟੇਜ ਬੋਲੀ ਸੀ, ਧਰਤੀ 'ਤੇ ਮਸਾਂ 10% ਲੋਕੀ ਅੰਨੇ ਜੰਮਦੇ ਹੋਣੇ, ਜਾਂ ਗੂੰਗੇ ਜਾਂ ਲੰਗੜੇ ਜੰਮਦੇ ਹੋਣੇ, ਜਾਂ ਬਹੁਤਾ ਲਾ ਲਓ 20 ਹੁੰਦੇ ਹੋਣੇ, ਜਾਂ ਕਿਸੇ ਨੂੰ ਬਾਅਦ ਵਿੱਚ ਪੋਲੀਓ ਹੋ ਗਿਆ, ਜਾਂ ਕੋਈ ਬਿਮਾਰ ਹੋ ਗਿਆ, ਜਾਂ ਕਿਸੇ ਨੂੰ ਸ਼ੂਗਰ ਕਰਕੇ ਆਈਸਾਈਟ ਚਲੀ ਗਈ। ਵੱਧ ਤੋਂ ਵੱਧ 30% ਲੋਕਾਂ ਨੂੰ ਗੁਰੂ ਪਾਤਸ਼ਾਹ ਜੀ ਦੀ ਬਾਣੀ ਔਰ ਗੁਰੂ ਪਾਤਸ਼ਾਹ ਇਜ਼ ਨਾਟ ਮੈਂਟ ਫॉर ਓਨਲੀ 30% ਪੀਪਲ, ਕਿ ਉਹਨਾਂ 'ਤੇ ਕੋਈ ਕਰਾਮਾਤ ਹੋਏਗੀ। ਫਰਜ਼ ਕਰੋ ਇਹ ਅੰਨਾ ਹੈ ਤੇ ਇਹਦੀਆਂ ਅੱਖਾਂ ਆ ਜਾਣ, ਇਹਨੂੰ ਕੈਂਸਰ ਹੈ ਠੀਕ ਹੋ ਜਾਏ, ਇਹ ਗੂੰਗਾ ਬਹਿਰਾ ਹੈ ਠੀਕ ਹੋ ਜਾਏ, ਗੁਰੂ ਪਾਤਸ਼ਾਹ ਜੀ ਦੇ ਸ਼ਬਦ ਨਾਲ ਜਾਂ ਗੁਰੂ ਪਾਤਸ਼ਾਹ ਦੀ ਛੜੀ ਢੁਕਾਉਣ ਨਾਲ। ਪਰ ਸਾਧ ਸੰਗਤ ਜਿਹੜੇ ਬਾਕੀ ਨੇ 80% ਜਾਂ 70%, ਇਹਨਾਂ ਨੂੰ ਕੌਣ ਫਿਕਸ ਅਪ ਕਰੇਗਾ? ਗੁਰੂ ਪਾਤਸ਼ਾਹ ਦੀ ਛੜੀ ਹਰ ਕਿਸੇ ਉੱਤੇ ਹੈ। ਇਸ ਕਰਕੇ ਕੱਲ ਅਸੀਂ ਸ਼ਬਦ ਪੜ੍ਹਿਆ ਸੀ, ਮਾਧੋ ਤੂੰ ਠਾਕੁਰ ਸਿਰ ਮੋਰਾ, ਮਾਧੋ ਤੂੰ ਠਾਕੁਰ ਸਿਰ ਮੋਰਾ, ਈਹਾ ਊਹਾ ਤੁਹਾਰੋ ਤੋਰਾ, ਈਹਾ ਊਹਾ ਤੁਹਾਰੋ ਤੋਰਾ, ਤੂੰ ਠਾਕੁਰ ਸਿਰ ਮੋਰਾ, ਮਾਧੋ ਤੂੰ ਠਾਕੁਰ ਸਿਰ ਮੋਰਾ। ਅਸੀਂ ਸਾਰੇ ਛੱਜੂ ਬਣ ਜਾਂਦੇ ਹਾਂ। ਗੁਰੂ ਪਾਤਸ਼ਾਹ ਉਸ ਵੇਲੇ ਦੀ ਸਾਖੀ ਮੁਤਾਬਕ ਤੁਸੀਂ ਛੱਜੂ ਦੇ ਸਿਰ 'ਤੇ ਛੜੀ ਰੱਖੀ ਸੀ। ਤੂੰ ਠਾਕੁਰ ਸਿਰ ਮੋਰਾ, ਮੇਰਾ ਮੈਨੂੰ ਹੀ ਤੁਹਾਡਾ ਆਸਰਾ। ਛੜੀ ਮੀਨਸ ਆਸਰਾ, ਆਸਰਾ ਮੀਨਸ ਟੇਕ ਜਿਹਦੀ ਲੈ ਕੇ ਟੂਰੀ ਦਾ ਹੈ। ਫਰਜ਼ ਕਰੋ ਮੇਰੀ ਟੰਗ ਟੁੱਟ ਜਾਏ ਔਰ ਮੈਂ ਪਲਸਤਰ ਲਾਇਆ ਹੋਵੇ, ਜਾਂ ਮੇਰੀ ਟੰਗ ਨਾ ਹੋਵੇ, ਜਾਂ ਮੈਂ ਅੰਨਾ ਹੋਵਾਂ ਔਰ ਮੈਂ ਇਹਦੀ ਮੋਢਾ ਪਕੜ ਕੇ ਟੁਰਾਂ, ਇਹਦਾ ਮੋਢਾ ਮੇਰਾ ਆਸਰਾ ਹੈ, ਇਹਦਾ ਮੋਢਾ ਮੇਰੇ ਵਾਸਤੇ ਛੜੀ ਹੈ। ਇਹਦਾ ਮਤਲਬ ਛੜੀ ਪ੍ਰਤੀਕ ਹੈ ਕਿ ਮੈਨੂੰ ਜਿਸ ਦੀ ਮੱਤ ਦਿੱਤੀ ਜਾਂਦੀ ਹੈ, ਜਿਸ ਮੱਤ ਨੂੰ ਦੇ ਕੇ ਮੇਰਾ ਗੂੰਗਾਪਨ ਠੀਕ ਕੀਤਾ ਜਾਂਦਾ। ਸਾਧ ਸੰਗਤ ਜੀ, ਮੈਂ ਗੂੰਗਾ ਹਾਂ ਜੇ ਮੈਂ ਭੈੜੇ ਬੋਲ ਬੋਲਦਾ ਹਾਂ, ਮੈਂ ਗੂੰਗਾ ਹਾਂ ਜੇ ਮੈਂ ਗਾਲਾਂ ਵੋਟੀ ਨੂੰ ਕੱਢਦਾ ਹਾਂ, ਮੈਂ ਗੂੰਗਾ ਹਾਂ ਜੇ ਮੈਂ ਨੂੰਹ ਹੋ ਕੇ ਆਪਣੀ ਸੱਸ ਨਾਲ ਭੈੜਾ ਸਲੂਕ ਕਰਦੀ ਹਾਂ, ਜੇ ਮੈਂ ਆਪਣੀ ਨੂੰਹ ਨਾਲ ਭੈੜਾ ਸਲੂਕ ਕਰਦੀ ਹਾਂ, ਆਪਣੇ ਨੌਕਰ ਨਾਲ ਵੀ ਭੈੜਾ ਸਲੂਕ ਕਰਦੇ ਹਾਂ, ਅਸੀਂ ਗੂੰਗੇ ਹਾਂ। ਕਿਉਂ? ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ, ਪਾਵੋਂ ਤੇ ਪਿੰਗਲ ਪਿਆ ਮਾਰਿਆ ਸਤਿਗੁਰ ਬਾਣ। ਮੈਂ ਜਿਹੜੇ ਭੈੜੇ ਪਾਸੇ ਬੋਲ ਬੋਲਦਾ ਸੀ ਨਾ, ਅੱਜ ਮੈਂ ਉਹ ਪਾਸਿਓਂ ਗੂੰਗਾ ਹੋ ਗਿਆ ਵਾ। ਕਬੀਰ ਸਾਹਿਬ ਉੱਚੀ ਅਵਸਥਾ ਵੀ ਦੱਸਦੇ ਨੇ, ਗੁਰੂ ਪਾਤਸ਼ਾਹ ਜੀ ਦੀ ਬਾਣੀ ਪੜ੍ਹ ਕੇ ਨਾ ਗੂੰਗੇ ਹੋਣਾ ਵੀ ਸਿੱਖੀਏ, ਬਹਿਰੇ ਹੋਣਾ ਵੀ ਸਿੱਖੀਏ। ਜਿਸ ਮੰਦੇ ਪਾਸੇ ਜਾਂਦਾ ਉਸ ਪਾਸੋਂ ਲੰਗੜੇ ਹੋਣਾ ਸਿੱਖੀਏ, ਉਸ ਪਾਸੋਂ ਅਪਾਹਿਜ ਹੋ ਜਾਈਏ, ਬੈਟਰ ਹੈ। ਸਾਡੀਆਂ ਟੰਗਾਂ ਵੀ ਨੇ, ਅੱਖ ਨੱਕ ਕੰਨ ਵੀ ਨੇ, ਜ਼ਬਾਨ ਵੀ ਹੈ, ਸਭ ਕੁਛ ਵੀ ਹੈ, ਬਟ ਵੀ ਆਰ ਕ੍ਰੀਏਟਿੰਗ ਵਰਲਡ ਵਾਰ ਐਵਰੀ ਮੂਵਮੈਂਟ। ਸਾਡੇ ਚਾਰੋਂ ਪਾਸੇ ਅਸੀਂ ਟੈਰਰਿਜ਼ਮ ਖਿਲਾਰਿਆ ਹੋਇਆ ਹੈ। ਟੈਰਰਿਜ਼ਮ ਸਿਰਫ ਕਿਸੇ ਜਗ੍ਹਾ ਬੰਬ ਫੱਟਣ ਨੂੰ ਨਹੀਂ ਕਹਿੰਦੇ ਨੇ। ਜੇ ਮੈਂ ਪਲ ਪਲ ਘਰ ਵਿੱਚ ਕਿਸੇ ਇਨਸਾਨ ਨੂੰ ਡੋਮੀਨੇਟ ਕਰਦਾ ਹਾਂ, ਪਤੀ ਪਤਨੀ ਨੂੰ, ਪਤਨੀ ਪਤੀ ਨੂੰ, ਮਾਂ ਬੱਚੇ ਨੂੰ, ਕੋਈ ਵੀ ਕਿਸੇ ਵੀ ਨੂੰ, ਤਾਂ ਅਸੀਂ ਘਰ ਅੰਦਰ ਟੈਰਰ ਖਿਲਾਰਿਆ ਹੋਇਆ ਹੈ। ਸਾਨੂੰ ਇੱਕ ਸੋਟੀ ਚਾਹੀਦੀ ਹੈ, ਸਾਨੂੰ ਇੱਕ ਛੜੀ ਚਾਹੀਦੀ ਹੈ। ਤੂੰ ਠਾਕੁਰ ਸਿਰ ਮੋਰਾ, ਇਹਾਂ ਉਹਾਂ ਤੁਹਾਰੋ ਤੋਰਾ, ਤੁਹਾਡੀ ਟੇਕ ਹੀ ਮੇਰੀ ਛੜੀ ਹੈ। ਮੈਂ ਅੰਨਾ ਵਾਂ, ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਕੁੰਦਕਾਰਾ, ਤੁਹਾਡੀ ਟੇਕ ਛੜੀ ਮੈਨੂੰ ਚਾਹੀਦੀ ਹੈ। ਇਹ ਬੜੀਆਂ ਸਾਰੀਆਂ ਟਰਮਸ ਠੀਕ ਹੋ ਜਾਣਗੀਆਂ। ਮੈਂ ਅੰਨਾ ਹਾਂ, ਮਨ ਦੀਆਂ ਅੱਖਾਂ ਕਰਕੇ ਅੰਨਾ ਹਾਂ। ਮੈਨੂੰ ਜਮ ਸਤਾਉਂਦੇ ਨੇ। ਅਸੀਂ ਹੁਣ ਸ਼ਬਦ ਦੇ ਵਿੱਚ ਉਤਰਾਂਗੇ। ਸੱਜਣ ਸਹੀ ਨਾਲ ਮੈਂ ਚਲਦਿਆਂ ਚਾਲ ਚੱਲਣ, ਮੈਂ ਸੱਜਣ ਬਣਾਏ ਹੋਏ ਨੇ ਭੈੜੇ ਖਿਆਲ। ਭੈੜੇ ਖਿਆਲਾਂ ਨੂੰ ਵਾਈਸਿਸ ਕਹਿੰਦੇ ਨੇ, ਮੰਦੇ ਖਿਆਲਾਂ ਨੂੰ ਮੈਂ ਮਿੱਤਰ ਬਣਾਇਆ ਹੋਇਆ। ਜਿੱਥੇ ਜਾਵਾਂਗਾ ਉੱਥੇ ਕੰਮ ਆਉਣਗੇ, ਮੈਂ ਆਪਣਾ ਬੈਲੈਂਸ ਲੂਜ਼ ਕਰ ਜਾਵਾਂਗਾ। ਗੁਰੂ ਪਾਤਸ਼ਾਹ ਇਹਦਾ ਕਲਿਊ ਦਿੰਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ, ਪਈ ਅੜਾ ਸੋ ਸੇਵ ਤੂੰ, ਸੌਰੜਾ ਸੁਖ ਵਸ। ਪੇਕੇ ਰਹਿਣੀ ਹੈ, ਫੈਮਿਨਿਨ ਜੈਂਡਰ ਵਿੱਚ ਹੈ, ਸਿਰਫ ਬੀਬੀਆਂ ਵਾਸਤੇ ਨਹੀਂ ਹੈ।
ਜਦੋਂ ਵੀ ਅਸੀਂ ਕੁਝ ਸਿੱਖਦੇ ਹਾਂ ਗੁਰਬਾਣੀ 'ਚ ਉਹਨੂੰ ਪੇਕਾ ਪਰਿਵਾਰ ਕਹਿੰਦੇ, ਪੇਕਾ ਘਰ ਕਹਿੰਦੇ ਨੇ। ਵੈਨ ਐਵਰ ਭਾਵੇਂ ਮੈਂ 90 ਸਾਲ ਦਾ ਹੋ ਜਾਵਾਂ, ਜੇ ਮੈਂ ਕੁਝ ਸਿੱਖ ਰਿਹਾ ਤਾਂ ਉਸ ਨੂੰ ਪੇਕਾ ਘਰ ਦੀ ਅਵਸਥਾ ਕਹਿੰਦੇ ਨੇ। ਸਾਡੀ ਬਾਹਰ CD ਮਿਲੇਗੀ ਪੇਕੇ ਸਹੁਰੇ, ਅਸੀਂ ਸੈਮੀਨਾਰ ਕੀਤਾ ਸੀ ਗੁਰਬਾਣੀ 'ਚ ਪੇਕੇ ਦੀ ਅਵਸਥਾ, ਸਹੁਰੇ ਦੀ ਅਵਸਥਾ। ਜਦੋਂ ਮੈਂ ਉਸ ਨੂੰ ਐਪਲਾਈ ਕਰਦਾ ਹਾਂ ਆਪਣੇ ਜੀਵਨ ਵਿੱਚ, ਗੁਰੂ ਪਾਤਸ਼ਾਹ ਕਹਿੰਦੇ ਪਈ ਅੜੈ ਸੋ ਸੇਵ ਤੂੰ, ਸਹੁਰੜੈ ਸੁਖ ਵਸ, ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ। ਜਿਹੜੀ ਬੀਬੀ ਆਪਣੇ ਮਾਪਿਓ ਕੋਲ ਚੰਗੇ ਗੁਣ ਸਿੱਖ ਕੇ ਆਉਂਦੀ ਹੈ, ਉਹ ਸਹੁਰੇ ਘਰ ਜਾਂਦੀ ਹੈ, ਉਹਨਾਂ ਗੁਣਾਂ ਨੂੰ ਨਾਲ ਲੈ ਕੇ ਆਉਂਦੀ ਹੈ। ਇਹ ਗੁਣ ਉਹਦੇ ਮਿੱਤਰ ਨੇ, ਇਹ ਉਹਦੇ ਸੱਕੇ ਸਾਕ ਸੰਬੰਧੀ ਨੇ, ਉਹਦੇ ਮਾਪਿਓ ਭੈਣ ਭਰਾ ਧੀਆਂ ਪੁੱਤਰ ਇੱਕ ਸਾਕ ਸੰਬੰਧੀ ਉਹਦੇ ਪੇਕੇ ਘਰ ਵਿੱਚ ਸਨ, ਪਰ ਉਹਨਾਂ ਨਾਲ ਰਹਿ ਕੇ ਉਹਨੇ ਜੀਵਨ ਜਾਚ ਸਿੱਖੀ। ਉਹ ਆਪਣੇ ਘਰ ਆ ਕੇ ਪਤੀ ਅਤੇ ਸਹੁਰੇ ਦੇ ਨਾਲ ਪੂਰੀ ਤਰ੍ਹਾਂ ਉੱਥੇ ਇਕਮਿਕ ਹੋ ਕੇ ਆਪਣੇ ਚੰਗੇ ਗੁਣ ਵਰਤਦੀ ਹੈ। ਗੁਰਮਿਲ ਚੱਜ ਚਾਰ ਸਿੱਖ ਤੁਧ ਕਦੇ ਨਾ ਲੱਗਿਆ ਦੁੱਖੋ ਸੁਖੀ ਹੋ ਜਾਂਦੀ ਹੈ, ਸਾਰੇ ਟੱਬਰ ਨੂੰ ਵੀ ਸੁਖੀ ਕਰ ਦਿੰਦੀ ਹੈ। ਪਰ ਜਿਹੜੇ ਘਰ ਟੱਬਰ ਸੁਖੀ ਨਹੀਂ ਹਨ, ਉਹਦੇ ਵਾਸਤੇ ਹੁਣ ਮੈਨੂੰ ਕੁਝ ਕਹਿਣਾ ਨਹੀਂ ਪਏਗਾ ਕਿ ਕੈਸੀ ਬੀਬੀ ਆਈ, ਕੈਸੇ ਗੁਣ ਲੈ ਕੇ ਆਈ ਘਰੋਂ। ਜੇ ਘਰੋਂ ਮਾਂ ਉਹਨੂੰ ਸੈੱਲ ਫੋਨ ਕਰੇ, तेरी आज पहली सुबह है ना, तू सोई रही हो, सास अपने आप चाय लाएगी, उठ के काम करने की ज़रूरत नहीं है, तेरे को मैंने लाडों से पाला है। वो माँ बिगाड़ रही है पेके तो कॉल करके, ए वाले गुण ले आई है, हमारे घर में तो सुबह 10 बजे से पहले एयर कंडीशन बंद नहीं होता और कोई उठता ही नहीं है, तुम्हारे यहाँ सवेरे सवेरे 4 बजे आसा की वार पढ़नी शुरू कर देते हैं, पाठ करना शुरू कर देते हैं। ये जो हुज्जत पुटदी है, वो अवगुण रूपी मित्र लैके आई है। ये मित्र ਉਹਦਾ सुख नहीं चाहते ने, ये मित्र ना ਉਹਦੇ अवगुण ने, ਉਹਦਾ जम ने। सज्जण से ही नाल मैं चलदिया नाल चलान, जिथे लेखा मंगिया, जिथे मैनू जमा का लेखा पैंदा तिथे खड़े दिसन, उत्थे मेरे सज्जण मैनू हैल्प करन और मैं जमा तो छुट सकां। ਇਹਦਾ मतलब वाइसिस ਦੇ बदले वर्च्यूज़ ਨੂੰ सज्जण ਕਹਿੰਦੇ ਨੇ, ਮੰਦੇ ਖਿਆਲਾਂ ਦੇ ਬਦਲੇ ਚੰਗੇ ਗੁਣਾਂ ਨੂੰ ਸਾਧ ਸੰਗ ਕਹਿੰਦੇ ਨੇ, ਸੰਤਨ ਸੰਗ ਕਹਿੰਦੇ ਨੇ। वर्च्यूज़ ਦਾ ਸੰਗ ਕਰਨਾ ਸੰਤਨ ਸੰਗ ਸਾਧ ਸੰਗ ਕਹਿਲਾਂਦਾ ਹੈ। ਔਰ ਚੰਗੇ ਗੁਣ ਮਿੱਤਰ ਹੁੰਦੇ ਨੇ, ਇਹ ਸਾਡੇ ਨਾਲ ਸਭ ਜਗ੍ਹਾ ਜਾਂਦੇ ਨੇ। ਅਸੀਂ ਜਿੱਥੇ ਵੀ ਜਾਈਏ ਅਸੀਂ ਉਹੀ ਕਰਾਂਗੇ। ਜਿਹੜੇ ਲਾਹੌਰ ਭੈੜੇ ਉਹ ਪਿਸ਼ੌਰ ਵੀ ਭੈੜੇ, ਪਰ ਜਿਹੜੇ ਲਾਹੌਰ ਚੰਗੇ ਉਹ ਪਿਸ਼ੌਰ ਵੀ ਚੰਗੇ। ਜਿਹੜੀ ਪੇਕੇ ਚੰਗੀ ਉਹ ਸਹੁਰੇ ਵੀ ਚੰਗੀ ਹੋਏਗੀ, ਪਰ ਜਿਹੜੀ ਪੇਕੇ ਵੀ ਨਹੀਂ ਚੰਗੀ, ਜਿਹੜੀ पेके भी 2 भैन होन ना इकट्ठियां, ये मेरा टॉय इसने क्यों लिया, नहीं ये मेरा इसने ये क्यों वरता, वो घर भी लड़ती सी, सहुरे भी आके लड़ेगी, ननाण नाल लड़ेगी। की है जो जिथे जैसे ने वैसे ही, जिन्हें चंगे गुण लैने ने वो लैके टुरदा। सज्जण से ही नाल मैं चलदे नाल चलन, जिथे लेखा मंगी है लेखा पैंदा है पल पल, जिथे जम मैनू सताए उत्थे मैनू डील करना आ जाए। सत्संग जी असी डील करना चाहते नहीं। असी जिस इम्तिहान जिस दिन जिस पल रोज़ सानू अनेक इम्तिहान पैंदे ने, असी हर इम्तिहान फेल होंदे हां और फेल होने तो बाद कहंदे हां असी ते दुनियावी जीवन हां। ਉਹਦੀ ਬਾਣੀ ਤੇ ਗੁਰੂ ਸਾਹਿਬ, ਉਹ ਤੇ ਗੁਰੂ ਸੀ। ਸਾਧ ਸੰਗਤ ਜੀ ਉਹਨਾਂ ਆਨੰਦ ਕਾਰਜ ਕਰਾਇਆ ਸੀ ਔਰ ਉਹਨਾਂ ਦੇ ਬੱਚੇ ਵੀ ਸਨ। ਉਹਨਾਂ ਨੇ ਬੱਚਿਆਂ ਦਾ ਬੁਖਾਰ ਤੋਂ ਲੈ ਕੇ ਜੰਮਣ ਮਰਨ ਤੋਂ ਸਭ ਕੁਝ ਵੇਖਿਆ। ਸਾਨੂੰ ਜੀਵਨ ਜਾਚ ਗ੍ਰਸਤੀ ਜੀਵਨ ਜਾਚ ਸਿਖਾਈ, ਕਿਸ ਤਰ੍ਹਾਂ ਗ੍ਰਸਤੀ ਵਿੱਚ ਸਾਰੇ ਸੁੱਖ ਦੁੱਖ ਝੇਲੀਦਾ ਹੈ। ਜੋ ਦੁਨੀਆ ਦੇ ਮਨੁੱਖ ਨੇ ਆਨੰਦ ਕਾਰਜ ਨਹੀਂ ਕਰਾਇਆ ਜਾਂ ਵਿਆਹ ਨਹੀਂ ਕਰਾਇਆ, ਉਹ ਸੱਚ ਦਾ ਧਰਮ ਦਾ ਪ੍ਰਚਾਰ ਕਰ ਹੀ ਨਹੀਂ ਸਕਦਾ। ਉਹਨੂੰ ਕੀ ਪਤਾ ਪਤੀ ਨਾਲ ਕਿਹੜੇ ਭਾਵ ਵਿਕਦੀ ਹੈ, ਉਹਨੂੰ ਕੀ ਪਤਾ ਪਤਨੀ ਨਾਲ ਕਿਹੜੇ ਭਾਵ ਵਿਕਦੀ ਹੈ, ਉਹਨੂੰ ਕੀ ਪਤਾ ਰਾਤੀ 11 ਵਜੇ ਜਦੋਂ ਬੱਚਾ ਲੇਟ ਆਉਂਦਾ ਤਾਂ ਕਿਹੜੇ ਭਾਵ ਵਿਕਦੀ ਹੈ, ਉਹਨੂੰ ਕੀ ਪਤਾ ਕਿ ਜਿਹੜੀ ਪਤਨੀ ਬੜੀ ਨਮਰਤਾ 'ਚ ਬੈਠੀ ਹੋਈ ਹੈ ਔਰ ਪਤੀ ਰੋਜ਼ ਸ਼ਰਾਬ ਪੀ ਕੇ ਆਉਂਦਾ ਔਰ ਸ਼ਰਾਬ ਪੀ ਕੇ ਗਾਲਾਂ ਵੀ ਕੱਢਦਾ, ਉਹਦੇ ਪੇਕਿਆਂ ਨੂੰ ਵੀ ਬੁਰਾ ਭਲਾ ਕਰਦਾ, ਉਹਦੇ ਨਾਲ ਮਿਸਬਿਹੇਵ ਵੀ ਕਰਦਾ, ਬੱਚਿਆਂ ਨੂੰ ਵੀ ਗਾਲਾਂ ਕੱਢਦਾ ਔਰ ਸਾਰੇ ਘਰ ਦਾ ਮਾਹੌਲ ਟੈਂਸ ਕਰ ਦਿੰਦਾ ਹੈ। ਇਹ ਗੱਲ ਧਰਮ ਦਾ ਪ੍ਰਚਾਰ ਕਰਨ ਵਾਲੇ ਨੂੰ ਤਾਂ ਅਹਿਸਾਸ ਹੋ ਸਕਦਾ ਜੇ ਉਹ ਗ੍ਰਸਤੀ ਹੈ। वरना मूँह नाल चुपड़ियाँ चुपड़ियाँ गल्लां करना बड़ा आसान है साध संगत जी, पर असी शब्द दे विच एंटर करके अपने ते टुकावांगे। जे शब्द मैनू अज समझ आ जाए और मैं सोचा ए ते मेरे अंदर अवगुण कोई है नहीं है, सारे अवगुण मेरी पत्नी विच हन, तां फिर शब्द समझ नहीं आएगा। असी अज शब्द समझ रहे हैं अपने सज्जण लभण वास्ते, अज शब्द समझ रहे हैं अपनी हिपोक्रेसी दे जम तो छुट्टण वास्ते। गुरु पातशाह जी मेरे ते छड़ी रखो, मनु टेक दिओ,
मनु सुमत बख्शो। हम अंधले अंध बिखै बिखराते, क्यों चाले गुर चाली, सतगुर दया करे सुखदाता, हम लावे आपन पाली। मैं अन्ना वा मनु नहीं सुमत बख्शो, मैं काणा वा, मैं लोकां दे अवगुण देखदा पर अपना अवगुण नहीं देखदा हाँ। मेरी अख ठीक करो, आवरण अस्त आप हैं काणे, मैं लोकां ते हसदा हूं और मनु अपने अवगुणां दे बारे पता नहीं है। मैं दुनिया दे बारे कहंदा फलाने धर्म वाले इंज ने, फलाने धर्म वाले उंज ने, पर मैं अपने धर्म विच की करदा हाँ। सारी हर किस्म की हिपोक्रेसी असी करते हाँ, सानू इस पासे ध्यान करना है। शब्द का रहाऊ है, रहाऊ नूं बार बार असी घोट के समझण का यतन करते हाँ। सज्जण से ही नाल मैं चलद्या नाल चलान, हुण तेरी मर्जी है, तू सज्जण अवगुण बना के नाल लैके चलना है, तेरी मन मर्जी मुताबिक तू पास हो जाएगा, तेरी मन मर्जी मुताबिक तेरा वेला टप जाएगा। लेकिन ये टप्या वेला और दुनिया नूं बनाया होया मूरख, ये दोनों गल्लां तैनूं जदों लेखा पवे, तदों जो जम पवे, तो तू अंदरों अपसैट होएगा। सज्जण से ही नाल मैं चलद्या नाल चलान, वो सज्जण होंदे ने जिहड़े मेरे नाल सब जगह जान। जे मैं अवगुण सज्जण बनाए होने तो वह भी जान गए, लेकिन अवगुण मैनूं जिथे जमा दा लेखा पवे उत्थे छुड़ांदे नहीं ने। एक माँ अपने पुत्र नूं वड्डा करदी है और वड्डा करदियां करदियां उहनूं कहंदी है तू गली महल्ले च लड़दा रहिंदा, लोकां नूं गालां कढ के आंदा, हर वेले झगड़ा करदा रहिंदा है, वड्डा होके ठीक नहीं रहेगा तेरे वास्ते, तेरी वोटी नाल नहीं रहेगी, छोड़ के चली जाएगी। वो माँ दी मनदा नहीं है, वड्डा हो जाता है, उहनूं माँ नहीं छुड़ा सकती, ਉਹਦੇ ਵਸ ਪੈ ਜਾਂਦੀ ਹੈ ਕਿਸੇ ਦੀ बेटी, और वो अपनी बेटी नूं पत्नी बना के उसनूं दिन रात तंग करना शुरू करता है और मंदे बोल बोलता है, हिपोक्रेट होंदा है, दुनिया के सामने मिठा बोलता है, ਉਹਨੂੰ बगल में छुरी मुँह में राम राम कहते हैं, बाहर दिस्से चानना दिल अंधियारी रात, फरीदा कन मुसल्ला सूफ गल, बाहरों ते बड़ी तू मिठी मिठियां गल्लां करदा है, दिल काती गुड़वात गुड़ वालियां गल्लां करदा है, पर तेरे घर वालियां नूं पता लग जाता तू किस तरह डील करता है। हाउ यू मिसबिहेव विद द वाइफ एंड द चिल्ड्रन। सत्संग जी बार बार वाइफ और चिल्ड्रन भूल जाता है, क्योंकि 80% तो यही हाल है, पर 20% इंज भी है, वाइफ भी किसी जगह मंदे बोल बोलदियां ने, बच्चों नाल भैड़े बोल बोलदियां ने, सस नाल सहुरे नाल पति नाल बोलदियां ने। इस करके मैनू बार बार बोलन वेले एग्जाम्पल एक पासे दा बन जाए मनुखी मां करना, पर असी सारे समझ रहे हैं कि असी सज्जण किसनूं बनाया होया है, ਉਹਦਾ ਲੇਖਾ पल पल पैंदा है, और वो ਜਿਹੜਾ ਲੇਖਾ ਪੈਂਦਾ ਅਸੀਂ ਉਸ ਲੇਖ ਤੋਂ ਛੁੱਟਣਾ ਹੈ। ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ, ਜਿੱਥੇ ਲੇਖਾ ਪਵੇ ਉਹਨੂੰ ਔਖੀ ਘੜੀ ਕਹਿੰਦੇ ਨੇ। ਸਾਡਾ ਮਕਾਨ ਢਹਿ ਪਿਆ ਇਹਨੂੰ ਔਖੀ ਘੜੀ ਨਹੀਂ ਕਹਿੰਦੇ ਨੇ, ਮੇਰਾ ਬਿਜ਼ਨਸ ਡਾਊਨ ਹੋ ਗਿਆ ਇਹਨੂੰ ਔਖੀ ਘੜੀ ਨਹੀਂ ਕਹਿੰਦੇ ਨੇ, ਮੇਰੇ ਬੱਚੇ ਦਾ ਰਿਸ਼ਤਾ ਨਹੀਂ ਹੋ ਰਿਹਾ ਇਹਨੂੰ ਔਖੀ ਘੜੀ ਨਹੀਂ ਕਹਿੰਦੇ ਨੇ, ਸਾਨੂੰ ਬਿਜ਼ਨਸ ਦਾ ਲੋਨ ਨਹੀਂ ਮਿਲ ਰਿਹਾ ਇਹਨੂੰ ਔਖੀ ਘੜੀ ਨਹੀਂ ਕਹਿੰਦੇ ਨੇ, ਕਸਟਮ ਤੇ ਕੋਈ ਬੰਦਾ ਆ ਰਿਹਾ ਸੀ ਉਹਨੂੰ ਕਸਟਮ ਆਫਿਸਰ ਨੇ ਪਕੜ ਲਿਆ ਇਹਨੂੰ ਔਖੀ ਘੜੀ ਨਹੀਂ ਕਹਿੰਦੇ ਨੇ। ਸਾਡੀ ਹਿਪੋਕ੍ਰੇਸੀ। ਇੱਕ ਬੰਦੇ ਨੂੰ ਮੈਂ ਦੇਖਿਆ, ਉਹ ਬੰਦਾ ਮੈਨੂੰ ਕਹਿ ਰਿਹਾ ਸੀ ਕਿ ਜਦੋਂ ਮੈਂ ਕਸਟਮ ਤੇ ਆਇਆ ਮੇਰੇ ਕੋਲ ਕਸਟਮ ਦਾ ਮਾਲ ਸੀ, लेकिन मैं ग्रीन चैनल तो निकलिया और कस्टम ऑफिसर ने मैंने पकड़िया, उन्होंने कहा सरदार जी टैची खोलो। मैं उन्होंने कहा कितने पैसे लोगे, उन्होंने कहा रिश्वत नहीं यहाँ पर चलेगी। उन्हें मैंने कहा टैची खोलो, लेकिन जब तक मैं आस्ता आस्ता टैची खोल रहा सी बाई चांस उन्होंने बाथरूम जाना पिया। बाथरूम तो बाद सवेर के 8 बज गए और वो ड्यूटी चेंज हो गई। सतगुर ने मैनू हथ दे के रख दिया। हाइट ऑफ हिपोक्रेसी अपने आप को धोखा देने दी। कोई सतगुरु जी ने हथ दे के नहीं रखा, वो सिर्फ ड्यूटी बदल गई है। पर साध संगत जी ये जिहड़े अपने आप को असी धोखा देंदे आ ना, ये ना अंदर वसदे रब जी नूं धोखा देंदे आ, और अंदर वसदे रब जी नूं धोखा दे के साडा नुकसान होंदा है। लेखा जिहड़ा जमदा पैंदा है उस तो छुटदे नहीं आ। किथे ना किथे साडा अंदरों शैतान बाहर निकल के आ ही जाता है और छेती नाल आ जाता है। साडी खाल दे बिल्कुल साडियां 7 परतां होंदियां ने खाल दियां। साडी पहली स्किन दी परत दे थल्ले शैतान साडा बैठा रहता है। एक बारी मैं एग्जाम्पल दी सी, किसी ने पूछा आपका नाम क्या, कहता शीतल दास। कहता सुनाई नहीं दिया, कहता शीतल दास। कहता जरा दोबारा बोलना, कहता शीतल दास। कहता नहीं ठीक तरह नहीं सुनिया। कहता तैनू किन्नी वारी दसा तैनू शीतल दास, बड़ा आया ना पुछण वाला। चौथी वारी पूछया तो वह शीतल दास बाहर निकल के आ गया सी।
ਅਸੀਂ ਵੀ ਕਹਿੰਦੇ ਆ ਕਦੋਂ ਤੱਕ ਸਹਾਰੀਏ, ਕਦੋਂ ਤੱਕ ਸੁਣੀਏ, ਨਾ ਜੀ ਨਾ, ਦੂਜਾ ਸਿਰ ਤੇ ਚੜ ਜਾਏਗਾ। ਸਾਡਾ ਸ਼ੀਤਲ ਦਾਸ ਬਾਹਰ ਆ ਜਾਂਦਾ ਹੈ, ਸਾਡੀ ਨਿਮਰਤਾ ਬਿਲਕੁਲ ਗੁਆਚ ਜਾਂਦੀ ਹੈ। ਇਸ ਕਰਕੇ ਗਲੀ ਗਲੀ ਵਿੱਚ ਤੋਂ ਲੈ ਕੇ ਗੁਰਦੁਆਰੇ ਗੁਰਦੁਆਰੇ ਤੱਕ ਸਾਡੀ ਲੜਾਈ ਹੁੰਦੀ ਹੈ। ਕਿਉਂ ਹੁੰਦੀ ਹੈ? ਸੋਚਣਾ ਪਏਗਾ, ਵਿਚਾਰਨਾ ਪਏਗਾ। ਮੈਂ ਨਹੀਂ ਕਿਸੇ ਤੇ ਉਂਗਲ ਲਾ ਸਕਦਾ ਕਿ ਲੜਦੇ ਹੋ। ਮੇਰੇ ਸਮੇਤ ਅਸੀਂ ਸਾਰੇ ਵਿਕਟਿਮ ਆ। ਸਾਡੀ ਥਾਂ ਥਾਂ 'ਤੇ ਲੜਾਈ ਹੁੰਦੀ ਹੈ। ਜ਼ਰਾ ਜੀ 4 ਬੰਦਿਆਂ ਦੀ ਲੜਾਈ ਹੁੰਦੀ ਹੈ, ਨਵਾਂ ਗੁਰਦੁਆਰਾ ਬਣ ਜਾਂਦਾ है। नवा गुरुद्वारा बनाने की डेफिनेशन, 2 बंदों को मिलाओ, वो गुरुद्वारा खोलेंगे और गुरुद्वारा खोलने के बाद वो लड़ेंगे, अक्रॉस द स्ट्रीट नया प्लॉट लेके नया गुरुद्वारा बनाएंगे। ये आजकल अमेरिका च भी रोज़ ही होता है। आए दिन नवा गुरुद्वारा खुल जाता है और गुरुद्वारे की सारी गोलक की माया उन्होंने झगड़े के इलैक्शन लगती है, कोर्ट केस लगती है। ये मैं साध संगत जी किसी को कह नहीं ना सकता। इस करके तुहाडे अगे नम्रता नाल बेनती कर रहा, बाणी नाल जुड़िए और बाणी नाल जुड़ के किसी को चेंज किए बिना अपनी हिपोक्रेसी ते ध्यान करिए। सज्जण चंगे गुणां नूं बनाइए। चंगे गुण मैनूं जमा दे लेखे वेले, औखी घड़ी वेले छुड़ाणगे। औखी घड़ी वेले सतगुरु जी सिर्फ गुरु हरकृष्ण पातशाह के गुरपुरब वाले दिन नहीं, सतगुरु जी 24 घंटे 7 दिन 365 पूरा साल नहीं, सारी उम्र, और सिर्फ एक मनुख ते नहीं, सारी दुनिया के सतगुरु सबना दा भला बनाइंदा, सारियां ते छड़ी रखते हैं और सारियां नूं चंगे बोलदा मिठा बोल बोलना सिखाते हैं। सारियां नूं अखां देंदे ने, छड़ी फड़ाते हैं, सारियां नूं सीधा टुरना सिखाते हैं सतगुरु जी। और अज दे शब्द विच सब नूं हिपोक्रेसी तो छुड़ा के सीधा टुरना सिखाते हैं, डिंगे टेढ़े रस्ते तो टुरन तो छुड़ाते हैं। अज दे शब्द विच वो आएगा। उजल कैहा चिलकना कोटम कालड़ी मस। कै दा कॉपर दा भांडा होंदा है, देखने च बड़ा लिशकदा है, तुसीं सब ने देखा होना, पर उन्होंने जिन्नी वारी मर्जी धो लो, धोने तो बाद उन्होंने हथ लाओ, अंदरों कालख निकल आती है। मैं बड़े तीर्थां ते भी नहांदा, बड़े पाठ भी करदा, बड़ी माला भी फेरदा, बड़े मैं अखंड पाठ भी करदा हाँ, और बड़ी वारी मैं नक रगड़दा, गुरुद्वारे जांदा, फिर परिक्रमा करदा, फुल भी लैंदा, सुख आसन स्थान ते फुल छोड़ भी आंदा वा, या घर लिया के गुरु नानक साहब की फोटो लाई हुई उहदे उत्ते रख दिंदा वा। गुरबाणी च मैनूं मना कीता सी फोटो ना लाया कर, गुरबाणी च मैनूं कहा गया सी कि तू मूर्ति ना रखिया कर। मैं घर अंदर पित्तल और कॉपर की मूर्ति बना के गुरु नानक की मूर्ति रख ली है और उहदे उत्ते मैं फुल चाड़ने शुरू कर दिते ने, जिहड़ा इत्थों मैं भाई साहब कोलों फुल लिया सी। इस तरीके के अनेका कर्म कांड मैं पखंड करदा। उजल के हाँ चिलकड़ा, बाहरों तो मैं सब कुछ करदा। साध संगत जी इस पॉइंट ते मनु ये ध्यान आ गया, तो मैं साध संगत नाल सांझ करना चाहता। गुरबाणी भेख नहीं मनदी। गुरबाणी ये भेख बिल्कुल नहीं मनदी कि जेड़े इत्थे बैठ के कीर्तन करन उन्हां दे सिर्फ चिट्टे कपड़े होने चाहिए। गुरु पातशाह दे बाणी अंदर ये भी कहते हैं, चिट्टे जिनके कपड़े मैले चित कठोर जियो। ਇਹਦਾ मतलब ये नहीं है कि पिंक ही पा के बैठा करो। गुरबाणी बाहरले किसी भेख नूं मनदी नहीं है। ਇਹਦਾ मतलब गुरबाणी की जिहड़ा गल करे, गुरबाणी का जिहड़ा कीर्तन करे, गुरबाणी का जिहड़ा प्रचार करे, वो अश्लील कपड़े नहीं पाता अकाल तख्त की रहत मर्यादा अनुसार, पर उसका कोई खास भेख नहीं होता। कई जगह सानू कहा जाता पैंट कमीज ला दो, कुर्ता पजामा पाओगे तां ही करन देंगे। कई जगह सानू कहा जाता कि तुसीं लाल पग ना बन्निया करो। साध संगत जी गुरबाणी अनुसार ये जिहड़े हिपोक्रेटिक लफज ने, इन्हां हिपोक्रेसी के अगेंस्ट गुरु पातशाह ने क्या है कि तू गृहस्थी जीवन जींदिया, काम काज करदिया, उठद्या बैठद्या, उठत बैठत सोवत आईए, मार्ग चलत हरिहर गाईए, तू जिथे बैठा होए सच दा जीवन जी। सो उजल कैहा चिलकना जिहड़ा इंग्लिश विच उसनूं ब्रॉन्ज कहते होने, लेकिन वो मैला होंदा है, अंदर उहदे कालख होंदी है। मैं बाहरों चिट्टे कपड़े पा ला और संगतां नाल हिपोक्रेटिक गल्लां करां, करामात वालियां, पाखंड वालियां और कर्म कांड वालियां गल्लां करां, तो मेरी इस ड्रैस का कुछ फायदा नहीं जिहड़ी मैं चिट्टी पाई हुई है या कोई धार्मिक प्रचारक भेख बनाया होया। पर अकाल तख्त की रहत मेरा अनुसार उन्हें खंडे की पौल छकी होवे, रोमा की बेदबी ना की होवे और अश्लील कपड़े ना पाए हो। भावें इत्थे स्त्री बैठ के प्रचार करे, भावें मर्द बैठ के प्रचार करे। उजल कहा चिलकना कोटम कालड़ी मस, धोतियां जूठ ना उतरे जे 100 धोवे तिस। 100 वारी धो लवो ना
ਤਾਂ ਵੀ ਅੰਦਰੋਂ ਜੂਠ ਨਹੀਂ ਜਾਂਦੀ, ਤੀਰਥਾਂ 'ਤੇ ਨਹਾਉਣ ਨਾਲ ਵੀ ਨਹੀਂ ਜਾਂਦੀ। ਜਿਨ੍ਹਾਂ ਲੋਕਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਉਹ ਤੀਰਥਾਂ 'ਤੇ ਜਾਣਾ ਛੱਡ ਦਿੰਦੇ ਨੇ, ਉਹ ਤੀਰਥਾਂ 'ਤੇ ਜਾ ਕੇ ਨਹਾਉਣਾ ਵੀ ਛੱਡ ਦਿੰਦੇ ਨੇ, ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਨਾਵਣ ਚੱਲੇ ਤੀਰਥੀ ਮਨ ਖੋਟੇ ਤੰਚੋਰ, ਇੱਕ ਪਾਉ ਲੱਥੀ ਨਾਤਿਆਂ ਦੋਏ ਪਾਚੜੇ ਅਸੋਰ, ਬਾਹਰ ਧੋਤੀ ਤੂਮੜੀ ਅੰਦਰ ਵਿਸ ਨਿਕੋਰ, ਸਾਤ ਭੱਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ। ਸੋ ਕਾਢ ਬਾਹਰਲੇ ਪਾਣੀਆਂ ਦੇ ਨਾਲ ਨਹੀਂ ਨਹਾਉਂਦਾ। ਮਨ ਦੀ ਝੂਠ ਲਾਉਣ ਵਾਸਤੇ ਅਸੀਂ ਪਾਣੀ ਦੇ ਨਾਲ ਤਾਂ ਨਹਾਉਂਦੇ ਹਾਂ। ਮੈਨੂੰ ਸਿਖਾਇਆ ਕਿ ਹਾਈਜੀਨਿਕਲੀ ਤੂੰ ਬਾਹਰੋਂ ਸਾਫ ਸੁਥਰਾ ਹੋ ਜਾਏਗਾ, ਚੇਤਨ ਹੋ ਜਾਏਗਾ। ਇਸ ਕਰਕੇ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਅਤੇ ਇਸ਼ਨਾਨ ਕਰਦੇ ਹਾਂ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪੈ ਰੋਗਾ। ਪਰ ਦਰਅਸਲ ਮੈਨੂੰ ਮਨ ਦਾ ਇਸ਼ਨਾਨ ਕਰਨਾ ਹੈ। ਪਰ ਇਹ ਹੱਥ ਪੈਰ ਤੰਦੇ ਪਾਣੀ ਧੋਤਾ ਉਤਰਸਖੇ, ਮੂਤ ਪਲੀਤੀ ਕੱਪੜੋ ਦੇ ਸਾਬੂਨ ਲਈਏ ਤੋਏ। ਹੁਣ ਗੱਲ ਆਈ ਪਰੀਏ ਮੱਤ ਪਾਪਾਂ ਕੇ ਸੰਗ, ਇਹ ਮੱਤ ਪਾਣੀਆਂ ਨਾਲ ਨਹੀਂ ਧੁਲਦੀ। ਉਹ ਧੁੱਪ ਹੈ ਨਾਵੇਂ ਕੇ ਰੰਗ। ਨਾਵੇਂ ਦਾ ਮਤਲਬ ਸਤਿਗੁਰ ਦੀ ਸੁਜਾਨ ਮੱਤ, ਜਿਹਦੇ ਨਾਲ ਮੈਲੇ ਖਿਆਲ, ਜਮਾ ਵਾਲੀ ਬੁੱਧੀ, ਹਿਪੋਕ੍ਰੇਸੀ ਠੀਕ ਕੀਤੀ ਜਾਵੇ। ਪਦਾ ਦੂਜਾ, ਕੋਠੇ ਛੋਟੇ ਘਰ, ਮੰਡਪ ਹਵੇਲੀ, ਮਾੜੀਆਂ ਵੱਡੇ ਮਹਿਲ। ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਬਾਹਰੋਂ ਬੜੇ ਸੋਹਣੇ ਸਜਾਏ ਹੋਣ, ਬਾਹਰੋਂ ਬੜਾ ਸੋਹਣਾ ਪੇਂਟ ਕਰਾਇਆ ਹੋਵੇ। ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਢੱਠੀਆਂ ਕੰਮ ਨਾਮ ਨਹੀਂ ਰਹਿਣ ਸਖਣੀਆਂ। ਜੇ ਉਹਦੇ ਅੰਦਰ ਕੋਈ ਰਹਿੰਦਾ ਨਾ ਹੋਵੇ ਤਾਂ ਉਹ ਖੰਡਰ ਹਨ। ਅੱਜ ਮੈਂ ਦੇਖਦਾ, ਜਦੋਂ ਮੈਂ ਇੰਡੀਆ ਰਹਿੰਦਾ ਸੀ ਅੱਜ ਤੋਂ 25-30 ਸਾਲ ਪਹਿਲਾਂ, ਸਾਦੇ ਘਰ ਹੁੰਦੇ ਸਨ। ਅੱਜ ਫਰਾਂਸ, ਜਰਮਨੀ, ਸਪੇਨ, ਅਮਰੀਕਾ ਟੌਪ ਕਲਾਸ ਸਟੈਂਡਰਡ ਦੇ ਬਾਥਰੂਮ ਉੱਥੋਂ ਲਿਆਏ ਜਾਂਦੇ ਨੇ, ਕਿਚਨ ਉੱਥੋਂ ਲਿਆਈ ਜਾਂਦੀ ਹੈ, ਔਰ ਬੈੱਡਰੂਮ ਦੇ ਬੈੱਡਸ ਲਿਆਏ ਜਾਂਦੇ ਨੇ, ਲਾਈਟਿੰਗ ਸਿਸਟਮ ਲਗਾਇਆ ਜਾਂਦਾ ਹੈ। ਪਰ ਮਨੁੱਖ ਨੂੰ ਜੀਣਾ ਆਇਆ ਹੀ ਨਹੀਂ, उन्हें सारा कुछ सुख नहीं पहुँचाएगा अंदर, क्योंकि मनुख रहते ही नहीं। अंदर कौन रहते ने? दो सांड रहते हैं जो आपस में सींग लड़ा के लड़ते रहते हैं। सोहना मंजा, सोहना बैड, सोहनी लाइट, वधिया एयर कंडीशनर, यह सब कुछ चैन नहीं दिवाता। उतो वास्तु कला एक भरम पा दिंदा है। तुम्हारा दरवाज़ा इधर है, दरवाजे को उधर तोड़ के कर दो और खिड़की को उधर से उधर कर दो, बेडरूम का मंजा इधर से घुमा के उधर कर दो। ਇਹਦੇ ਨਾਲ ਮੇਰੇ ਜਿਹੜੇ ਅਵਗੁਣੀ ਸੱਜਣ ਹਨ ਉਹ ਤੇ ਨਿਕਲ ਹੀ ਆਣਗੇ ਬਾਹਰ। ਸਾਧ ਸੰਗਤ ਜੀ, ਧਰਮੀ ਬਣਨ ਦੇ ਨਾਲ ਅਵਗੁਣ ਦੂਰ ਹੁੰਦੇ ਨੇ, ਲੇਕਿਨ ਜੇ ਧਰਮੀ ਬਣ ਕੇ ਵੀ ਨਾ ਹੋਏ, ਇਸ ਕਰਕੇ ਲੋਕੀ ਮੈਨੂੰ ਕੁਐਸਚਨ ਪੁੱਛਦੇ ਨੇ, ਵੀਰ ਜੀ ਜਿਹੜੇ ਬੜਾ ਪਾਠ ਕਰਦੇ ਨੇ, ਬੜਾ ਗੁਰਦੁਆਰੇ ਜਾਂਦੇ ਨੇ, ਬੜੇ ਧਰਮੀ ਹੁੰਦੇ ਨੇ, ਉਹ ਗੁੱਸਾ ਕਿਉਂ ਜ਼ਿਆਦਾ ਚੜ੍ਹਦਾ ਹੈ? ਉਹ ਤਾਂ ਚੜ੍ਹਦਾ ਕਿ ਉਹਨਾਂ ਨੇ ਅੰਦਰ ਸੱਜਣ ਗੁੱਸੇ ਨੂੰ ਬਣਾਇਆ ਹੋਇਆ ਹੈ। ਧਾਰਮਿਕ ਸਥਾਨ 'ਤੇ ਜਾ ਕੇ ਵੀ, ਧਰਮ ਦਾ ਕੰਮ ਕਰਕੇ ਵੀ, ਧਰਮ ਦੀ ਪੜ੍ਹਾਈ ਕਰਕੇ ਵੀ ਅਵਗੁਣ ਤੇ ਛੱਡਿਆ ਹੀ ਨਹੀਂ। ਫਿਰ ਤੇ ਸਵਾਲ ਕਰਨਾ ਚਾਹੀਦਾ, ਜੇ ਤੁਸੀਂ ਧਰਮੀ ਹੋ ਤਾਂ ਗੁੱਸਾ ਕਿਉਂ ਕੀਤਾ? ਤਾਂ ਹੀ ਗੁਰੂ ਪਾਤਸ਼ਾਹ ਨੇ ਪੁੱਛਿਆ, ਤੈ ਨਰ ਕਿਆ ਪੁਰਾਨ ਸੁਨ ਕੀਨਾ, ਅਨ ਪਾਵਨੀ ਭਗਤ ਨਹੀਂ ਉਪਜੈ, ਭੂਖੈ ਦਾਨ ਨਾ ਦੀਨਾ, ਕਾਮ ਨਾ ਛੁਟਿਓ, क्रोध ना छुटियो, लोभ ना छुटियो देवा, तेरा सब कुछ छुटिया ही नहीं। ਇਹਦਾ ਮਤਲਬ ਜੋ ਇਨਸਾਨ ਧਰਮੀ ਬਣਨਾ ਚਾਹੁੰਦਾ ਹੈ ਉਹ ਆਪਣੇ ਅਵਗੁਣੀ ਸੱਜਣਾ ਨੂੰ ਛੱਡੇਗਾ, ਜਿਹੜੇ ਉਹਦੇ ਰੀਅਲ ਸੈਂਸ ਦੁਸ਼ਮਣ ਹਨ। ਹਿਪੋਕ੍ਰੇਸੀ ਛੱਡੇਗਾ। ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ। ਅੱਜ ਸਾਡਾ ਬੱਚਾ ਪਿਓ ਦੇ ਲੱਖਾਂ ਕਰੋੜਾਂ ਕੋਲ ਹੁੰਦੇ ਨੇ और माँ प्यो ਨੂੰ ਕਹਿੰਦਾ है मैं बहुत सुंदर मकान बनाऊंगा, मैं ऑस्ट्रेलिया से संगमरमर लेके आऊँगा और मैं ये लगाऊंगा वो लगाऊंगा। ਇਹ ਸਭ ਕੁਝ ਤੇ ਉਹ ਕਰਦਾ, ਪਰ ਉਹਨੂੰ ਮਾਂ ਪਿਓ ਔਰ ਧੀਆਂ ਪੁੱਤਰਾਂ, ਭੈਣ ਭਰਾ, ਵੋਟੀ ਬੱਚਿਆਂ ਨਾਲ ਡੀਲ ਕਰਨਾ ਨਹੀਂ ਆਉਂਦਾ। ਉਹਨਾਂ ਦੇ ਨੌਕਰ ਚਾਕਰ ਕਮਰੇ ਅੰਦਰ ਜਾ ਕੇ ਕਿਚਨ ਵਿੱਚ ਆਸਤਾ ਜਿਹਾ ਮਾਂ ਨੂੰ ਪੁੱਛਦੇ ਨੇ, ਇਹ ਆਪਕਾ ਬੇਟਾ ਆਪਕਾ ਘਰ इतना अमीर है लेकिन इसको बात करने का ढंग नहीं है, क्योंकि वो मिसबिहेव करता है किचन ਵਿੱਚ, कमरे विच, डाइनिंग टेबल ते। कोठे मंडप माड़ियां पासों चितवियां, टठियां काम नावनी, वो मानो डिग गए ने, ढह पे ने, कोलैप्स हो गई है पूरी उन्हां दी अंपायर, विचों सखणियां जे विच नहीं रहिंदे ने। ये मन जदों इस बॉडी चों बाहर निकल जाता है, उन्होंने कहते हैं मन परदेसी वे प्यारे आओ करे। मन परदेसी नूं घर लियाना है, इस शरीर नूं अपना घर समझना है, तां जिस घर विच रहिंदे आ उहनूं अपना घर समझ पावांगे। एक एड्रैस और उस एड्रैस दीयां चार दीवारां
ਔਰ ਉਸ ਦਾ ਹਾਊਸ ਟੈਕਸ ਪੇ ਕਰਕੇ ਉਹਦੀ ਰਜਿਸਟਰੀ ਮੇਰੇ ਨਾਂ ਹੈ, ਉਹਨੂੰ ਮਕਾਨ ਨਹੀਂ ਕਹਿੰਦੇ ਨੇ। ਜਿਸ ਘਰ ਵਿੱਚ ਮੈਨੂੰ ਰਹਿਣਾ ਆਉਂਦਾ ਹੈ ਉਹਨੂੰ ਮਕਾਨ ਕਹਿੰਦੇ ਨੇ। ਮੈਨੂੰ ਤਾਂ ਆਪਣੇ ਸਰੀਰ ਘਰ ਵਿੱਚ ਰਹਿਣਾ ਨਹੀਂ ਆਉਂਦਾ ਤੇ ਮੈਂ 4 ਦੀਵਾਰਾਂ ਵਾਲੀ ਰਜਿਸਟਰੀ ਉਹ ਤੇ ਅਲਟੀਮੇਟਲੀ ਮੈਨੂੰ ਮੇਰੇ ਪੁੱਤਰ ਨੂੰ ਦੇ ਕੇ ਜਾਣੀ ਪਏਗੀ। ਜੇ ਮੇਰਾ ਪੁੱਤਰ ਹੀ ਨਹੀਂ ਹੈ ਤੇ ਉਹ ਰਜਿਸਟਰੀ ਰਹਿ ਹੀ ਜਾਏਗੀ, ਕੋਈ ਹੋਰ ਮਲ ਕੇ ਬੈਠ ਜਾਏਗਾ। ਇਹ ਰਜਿਸਟਰੀਆਂ ਵਾਲੇ ਮਕਾਨ ਨਹੀਂ ਹੁੰਦੇ ਨੇ। ਤੈਨੂੰ ਆਪਣੇ ਘਰ, ਅਸੀਂ ਸ਼ਬਦ ਪੜ੍ਹਿਆ ਸੀ, ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ। ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਕਛ ਤੇਰਾ। ਇਹਦੇ ਅਰਥ ਕੀਤੇ ਨੇ, ਤੂੰ ਆਪਣਾ ਘਰ ਸਮਝਣਾ ਤੇ ਲਾਜ, ਤੈਨੂੰ ਲਾਜ ਕਿਉਂ ਨਹੀਂ ਆਉਂਦੀ, ਮਰ ਜਾ। ਮੈਂ ਹੈਰਾਨ ਹੋ ਗਿਆ। ਗੁਰੂ ਪਾਤਸ਼ਾਹ ਕਹਿੰਦੇ ਲਾਜ ਨਾ ਮਰੋ, ਹਾਹੇ ਨੂੰ ਔਂਕੜ ਹੈ, ਹੁਕਮ ਕਰਨੇ ਲਾਜ ਨਾਲ ਨਾ ਮਰ, ਲੱਜਾ ਨਾਲ ਸ਼ਰਮਿੰਦਾ ਹੋ ਕੇ ਨਾ ਮਰ। ਕੀ ਕਹੇ, ਕਹੋ ਘਰ ਮੇਰਾ, ਇਹ ਮੇਰਾ ਘਰ ਹੈ, ਇਹਨੂੰ ਆਪਣਾ ਘਰ ਕਹਿ। ਤੂੰ ਇਹਨੂੰ ਆਪਣਾ ਘਰ ਹੀ ਤੇ ਨਹੀਂ ਸਮਝਦਾ। ਆਪਣਾ ਜੇ ਘਰ ਸਮਝੇਗਾ ਨਾ, ਜਿਸ ਜ਼ੁਬਾਨ ਨਾਲ ਬਾਣੀ ਪੜ੍ਹਦਾ ਨਾ, ਕਿਸੇ ਨੂੰ ਗੱਲ ਨਹੀਂ ਕੱਢੇਗਾ। ਆਪਣਾ ਘਰ ਸਮਝੇਗਾ, ਕਹੇਗਾ 4 ਦੀਵਾਰਾਂ ਵਾਲਾ ਘਰ ਵੀ ਮੇਰਾ ਹੈ, ਮੇਰੇ ਪਿਓ ਦਾਦੀ ਦੀ ਰਜਿਸਟਰੀ ਸਾਡੇ ਨਾਲ, ਅਸੀਂ ਇਸ ਘਰ ਦੇ ਅੰਦਰ ਸ਼ਰਾਬ ਦੀ ਬੋਤਲ ਨਹੀਂ ਲਿਆਵਾਂਗੇ, ਨੱਚਣ ਵਾਲੇ ਨਹੀਂ ਲਿਆਵਾਂਗੇ, ਇਹਦੇ ਭਾਂਗੜੇ ਔਰ ਲੱਚਰ ਗੀਤ ਨਹੀਂ ਗਾਵਾਂਗੇ। ਆਪਣਾ ਘਰ ਸਮਝਣਾ। ਕਿਉਂ ਲਾਜ ਵਾਲੇ, ਕੋਈ ਬੇਸ਼ਰਮੀ ਵਾਲੇ ਕੰਮ ਕਰਦਾ ਰਹਿੰਦਾ ਹੈ, ਲੱਜਾ ਵਾਲੇ। ਲਾਜ ਨਾ ਮਰੋ, ਨਾ ਮਰ, ਕਹੋ ਘਰ ਮੇਰਾ, ਆਪਣਾ ਘਰ ਸਮਝ। ਇਹ ਸ਼ੈਤਾਨ ਦਾ ਘਰ ਨਹੀਂ ਹੈ, ਤੇਰਾ ਘਰ ਹੈ। ਵਰਨਾ ਹੈ ਟੱਠਿਆਂ ਦੇ ਬਰਾਬਰ, ਟੱਠੀਆਂ ਕੰਮ ਨਾ ਆਵਨੀ, ਵਿੱਚੋਂ ਸਖਣੀਆਂ। ਉਹਦੀਆਂ ਨਿਸ਼ਾਨੀਆਂ ਕੀ ਹੁੰਦੀਆਂ? ਸਾਡਾ ਘਰ ਆਉਣ 'ਤੇ ਦਿਲ ਨਹੀਂ ਕਰਦਾ। ਜੋ ਹੀ ਸ਼ਾਮ ਦੇ 5-6 ਵੱਜਦੇ ਨੇ, ਜਿਨ੍ਹਾਂ ਦਾ ਘਰ ਆਉਣ 'ਤੇ ਦਿਲ ਕਰਦਾ, ਉਹ ਕੰਮਾਂ ਤੋਂ ਘਰ ਆ ਕੇ ਮੂੰਹ ਹੱਥ ਧੋ ਕੇ ਰਹਿਰਾਸ ਸਾਹਿਬ ਕਰਦੇ ਨੇ। ਔਰ ਜਿਹੜਾ ਘਰ ਨਹੀਂ ਸਮਝਦੇ ਨੇ, ਉਹ ਸ਼ਾਮੀ 5-6 ਵਜੇ ਘਰ ਆਉਣਾ ਹੀ ਨਹੀਂ ਚਾਹੁੰਦੇ ਨੇ। ਜੋ ਦਿਨੇ ਬੈਠ ਕੇ ਘਰ ਕੰਮ ਵੀ ਕਰਦੇ ਹੋਣ ਤਾਂ 5-6 ਵਜੇ ਉਹ ਬਾਹਰ ਨਿਕਲ ਜਾਂਦੇ ਨੇ। ਉਹ ਘਰ ਨਹੀਂ ਬਹਿਣਾ ਚਾਹੁੰਦੇ ਨੇ, ਬਾਹਰ ਹੀ ਨਿਕਲ ਜਾਂਦੇ ਨੇ। ਘਰ ਦੀ ਪੱਕੀ ਪਕਾਈ ਸਾਫ ਸੁਥਰੀ ਨੂੰ ਛੱਡ ਕੇ ਉਹਨਾਂ ਨੂੰ ਹੋਟਲ ਦੇ ਤਰੱਕ ਦੀ ਖਾਣ ਦਾ ਆਦਤ ਪੈ ਜਾਂਦੀ ਹੈ। ਉਹ ਬਾਹਰ ਦੇਰ ਰਾਤ ਤੱਕ ਰਹਿਣਾ ਚਾਹਣਗੇ, ਘਰ ਆਉਣਾ ਹੀ ਨਹੀਂ ਚਾਹਣਗੇ। ਸਖਣੀਆਂ ਹੋਈਆਂ ਕਿ ਨਾ ਹੋਈਆਂ। ਬਾਕੀ ਤੇ ਘਰ ਆ ਕੇ ਜਾਨਵਰਾਂ ਵਾਂਗੂ ਖਾਣਾ ਪੀਣਾ, ਹੱਸਣਾ ਸੌਣਾ ਵਿਸਰ ਗਿਆ, ਮਰਨਾ। ਆ ਕੇ ਸੋ ਹੀ ਜਾਂਦੇ ਆ। ਅਸੀਂ ਸਵੇਰੇ ਜਦੋਂ ਉੱਠੇ ਫਿਰ ਨਵਾਂ ਨਰਕ ਸ਼ੁਰੂ ਕਰ ਲਿਆ। ਕੋਠੀ ਮੰਡਪ ਮਾੜੀਆਂ, ਪਾਸੋਂ ਚਿਤਵੀਆਂ, ਟੱਠੀਆਂ ਕੰਮ ਨਾਮਨੀ, ਵਿੱਚੋਂ ਸਖਣੀਆਂ। ਬੱਗਾ ਬੱਗੇ ਕੱਪੜੇ, ਚਿੱਟੇ ਕੱਪੜੇ ਪਾ ਲਏ ਬਗਲੇ ਵਾਂਗੂ। ਬੱਗਾ ਬੱਗੇ ਕੱਪੜੇ, ਤੀਰਥ ਮੰਜ ਵਸਨ। ਸਾਧ ਸੰਗਤ ਜੀ, ਇੱਕ ਦੇਸ਼ ਅੰਦਰ ਮੈਂ ਗੱਲ ਕੀਤੀ, ਉਸ ਦੇਸ਼ ਦੀਆਂ ਮੈਨੀ ਲੇਡੀਜ਼ ਮੈਨੂੰ ਅੱਜ ਤੱਕ ਕਾਲ ਕਰਦੀਆਂ। ਤੁਹਾਡੇ ਕੋਲ ਇੱਕ ਸ਼ਬਦ ਸੁਣਿਆ ਸੀ ਔਰ ਉਹ ਸੁਣ ਕੇ ਤੁਸੀਂ ਇੱਕ ਪੁਆਇੰਟ ਕਿਹਾ ਸੀ ਕਿ ਐਵੇਂ ਤੇ ਅਸੀਂ ਸਵੇਰੇ ਜੇ ਕਿਸੇ ਦਾ ਆਨੰਦ ਕਾਰਜ ਜਾਂ ਕੋਈ ਰਿੰਗ ਸੈਰਮਨੀ ਜਾਂ ਸ਼ਾਮੀ ਕੋਈ ਪ੍ਰੋਗਰਾਮ ਹੋਏ ਤੇ ਰੰਗਦਾਰ ਕੱਪੜੇ ਪਾ ਕੇ ਜਾਂਦੇ ਹਾਂ। ਜੇ ਸਾਨੂੰ ਅਚਾਨਕ ਪਤਾ ਲੱਗ ਜਾਏ ਜੇ ਕਿਸੇ ਦੀ ਡੈਥ ਹੋਈ ਹੈ ਤਾਂ ਅਸੀਂ ਆਪਣੀ ਕਾਰ ਦੇ ਅੰਦਰ ਨਾ ਇੱਕ ਸਾਦਾ, ਇੱਕ ਚਿੱਟੇ ਰੰਗ ਦਾ ਸੂਟ ਰੱਖਦੇ ਹਾਂ, ਫਿਰ ਉਹ ਪਾ ਕੇ ਜਾਂਦੇ ਹਾਂ ਕਿਰਿਆ ਦੇ ਭੋਗ 'ਤੇ ਔਰ ਸ਼ਮਸ਼ਾਨ ਘਾਟ। ਪਖੰਡ ਹੈ। ਕਿਉਂ? ਫਿਰ ਕਹਿੰਦੇ ਬਿਲਕੁਲ ਹੀ ਸਾਦਾ ਨਹੀਂ ਹੋਣਾ ਚਾਹੀਦਾ, ਥੋੜ੍ਹੀ ਜਿਹੀ ਤੇ ਐਮਬਰਾਇਡਰੀ ਹੋਈ ਜਿਹੜੀ ਚਾਹੀਦੀ ਹੈ। ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ ਅਸੀਂ ਸਾਧ ਸੰਗਤ ਜੀ, ਮੈਂ ਸੁਣ ਕੇ ਹੈਰਾਨ ਹੁੰਦਾ। ਜੈਸੇ ਹੋ ਤੈਸੇ ਚਲੇ ਜਾਓ, ਪਰ ਹਿਪੋਕ੍ਰੇਸੀ ਨਹੀਂ ਜੀ, ਨਹੀਂ ਚਿੱਟੇ ਪਾ ਕੇ ਆਇਆ ਸਾਨੂੰ ਜ਼ਿਆਦਾ ਹੀ ਦੁੱਖ ਹੈ। ਔਰ ਮੈਂ ਉਹਨਾਂ ਨੂੰ ਗੱਲ ਕਰਦਿਆਂ ਦੇਖਿਆ, ਉਹ ਰੰਗਦਾਰ ਕੱਪੜੇ ਉਤਾਰ ਕੇ ਔਰ ਚਿੱਟੇ ਕੱਪੜੇ ਪਾ ਰਹੀਆਂ ਸਨ ਔਰ ਪਾਉਣ ਵੇਲੇ ਗੱਲ ਕਰ ਰਹੀਆਂ ਸੀ, ਸ਼ੁਕਰ ਹੈ ਉਹ ਮਰ ਗਿਆ। ਲੇਕਿਨ ਜਾਣਾ ਪੈਂਦਾ ਅਫਸੋਸ ਬੁਲਾਉਣ। ਅੱਛਾ, ਅਫਸੋਸ ਬੁਲਾਉਣ ਵਾਸਤੇ ਤੁਸੀਂ ਚਿੱਟੇ ਕੱਪੜੇ। ਇਹ ਚਿੱਟੇ ਕੱਪੜੇ ਕੀ ਹੈ? ਬੱਗਾ ਬੱਗੇ ਕੱਪੜੇ ਕੀ ਹੈ? ਕਿਸੇ ਦੀ ਸਾਡੇ ਸਮਾਜ ਵਿੱਚ ਪਤੀ ਦੀ ਡੈਥ ਹੋ ਜਾਏ, ਉਹਦਾ ਨਾਂ ਅਸੀਂ ਵਿਧਵਾ ਪਾ ਲਿਆ, ਹੁਣ ਉਹ ਚਿੱਟੇ ਕੱਪੜੇ ਹੀ ਪਾਏ ਜੀ। ਕੈਸਾ ਹਿਪੋਕ੍ਰੇਟਿਕ ਸਮਾਜ ਜੀਂਦੇ ਹਾਂ ਅਸੀਂ। ਗੁਰੂ ਪਾਤਸ਼ਾਹ ਨੇ ਸਤੀ ਪ੍ਰਥਾ ਤੋਂ ਛੁਡਾਇਆ। ਪਤੀ ਦੇ ਮਰਨ 'ਤੇ ਉਹਨੂੰ ਵਿਧਵਾ ਨਹੀਂ ਕਹਿੰਦੇ ਨੇ। ਕਿਉਂ? ਕਿਉਂਕਿ ਅਸੀਂ ਸਾਰੇ ਰੱਬ ਜੀ ਨਾਲ ਵਿਆਹੇ ਹੋਏ ਹਾਂ,
ਸਾਡਾ ਸਭ ਦਾ ਸੁਹਾਗ ਰੱਬ ਜੀ ਨੇ, ਕਿਸੇ ਸਰੀਰਕ ਤੌਰ ਤੇ ਇਸਤਰੀ ਦਾ ਪਤੀ ਰੱਬ ਜੀ ਨਹੀਂ ਨੇ। ਰੱਬ ਜੀ ਹੁੰਦੇ ਨੇ, ਰੱਬ ਜੀ ਪਰਮੇਸ਼ਰ ਹੁੰਦੇ ਨੇ, ਪਤੀ ਜੀ ਪਰਮੇਸ਼ਰ ਨਹੀਂ ਹੁੰਦੇ ਨੇ। ਗ੍ਰਸਤੀ ਜੀਵਨ ਸਿਖਾਇਆ ਹੈ ਆਨੰਦ ਕਾਰਜ ਆਨੰਦਮਈ ਜੀਵਨ ਜੀਣ ਵਾਸਤੇ, ਪਰ ਅਸੀਂ ਜੇਲ੍ਹ ਖਾਨਾ ਬਣਾ ਕੇ ਬੈਠੇ ਹੋਏ ਹਾਂ। ਅਸੀਂ ਸਮਝ ਹੀ ਨਹੀਂ ਪਾ ਰਹੇ ਹਾਂ ਅਸੀਂ ਕੈਸਾ ਹਿਪੋਕ੍ਰੇਟਿਕ ਜੀਵਨ ਜੀ ਰਹੇ ਹਾਂ। ਅਸੀਂ ਦੁਨੀਆ ਨੂੰ ਦਿਖਾਉਣ ਵਾਸਤੇ ਜੀ ਰਹੇ ਹਾਂ। ਅਸੀਂ ਸਹੀ ਮਾਇਨੇ 'ਚ ਆਨੰਦ ਕਾਰਜ ਵਾਲਾ ਆਨੰਦਮਈ ਜੀਵਨ ਜੀ ਸਕਦੇ ਹਾਂ ਜੇਕਰ ਬਾਣੀ ਅਨੁਸਾਰ ਜੀਵੀਏ, ਜੇਕਰ ਹਿਪੋਕ੍ਰੇਸੀ ਛੱਡ ਦਈਏ। ਕੋਠੇ ਮੰਡ ਮਾੜੀਆਂ ਪਾਸੋਂ ਚਿਤਵੀਆਂ ਟੱਠੀਆਂ ਕੰਮ ਨਾ ਆਉਣੀ ਵਿੱਚੋਂ ਸਖਣੀਆਂ, ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਾਨ। ਬਗਲਾ ਜਿਸ ਤਰ੍ਹਾਂ ਤੀਰਥਾਂ ਤੇ ਬੈਠਾ ਹੁੰਦਾ, ਪਾਣੀਆਂ ਦੇ ਕੰਢੇ ਤੇ ਬੈਠਾ ਹੁੰਦਾ, ਘੁੱਟ ਘੁੱਟ ਜੀਆਂ ਖਾਵਣੇ, ਜੋ ਹੀ ਮੱਛੀਆਂ ਆਉਂਦੀਆਂ ਉਹਨੂੰ ਪਕੜ ਕੇ ਖਾ ਲੈਂਦਾ। ਬੱਗੇ ਨਾ ਕਹੀਆਂ, ਕਹਿਣ ਨਾਲ ਉਹ ਚਿੱਟਾ ਨਹੀਂ ਹੋ ਜਾਂਦਾ, ਕਹਿਣ ਨਾਲ ਉਹਦੇ ਅਵਗੁਣ ਦੂਰ ਨਹੀਂ ਹੋ ਜਾਂਦੇ, ਕਾਲਖ ਅੰਦਰ ਹੀ ਰਹਿੰਦੀ ਹੈ। ਤੇ ਅਸੀਂ ਵੀ ਤਾਂ ਤੀਰਥਾਂ ਤੇ ਜਾ ਕੇ ਬਗਲੇ ਬਾਨੀ ਜਾਂਦੇ ਹਾਂ। ਤੇ ਜੋ ਤੀਰਥਾਂ ਤੇ ਸੋ-ਕਾਲਡ ਤੀਰਥਾਂ ਤੇ ਬੈਠੇ ਹੁੰਦੇ ਨੇ, ਉਹਨਾਂ ਨੂੰ ਅਸੀਂ ਬਗਲੇ ਸਮਝ ਕੇ, ਬਗਲਾ ਨਾ ਸਮਝ ਕੇ, ਬੜਾ ਸੰਤ ਬਾਬਾ ਜੀ ਸਮਝ ਕੇ ਅਸੀਂ ਉਹ ਸਮਝਦੇ ਹਾਂ ਤੀਰਥ ਤੇ ਬੈਠੇ ਹੋਏ ਨੇ, ਬੜੇ ਪਹੁੰਚੇ ਹੋਏ ਨੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੀਰਥ ਜਾਓ ਤਾਂ ਹੋਂ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਤਾਂ ਜੇ ਅੱਜ ਤੀਰਥਾਂ ਤੇ ਪੰਡਤ ਦੇ ਬਦਲੇ ਕੋਈ ਹੋਰ ਬੈਠਾ ਹੋਵੇ, ਉਹ ਵੀ ਮਾਇਆ ਦੀ ਗੇਮ ਖੇਡੇ, ਤਾਂ ਗੁਰੂ ਪਾਤਸ਼ਾਹ ਉਸ ਥਾਂ ਨੂੰ ਤੀਰਥ ਕਹਿੰਦੇ ਨੇ ਔਰ ਉਸ ਗੇਮ ਖੇਡਣ ਵਾਲੇ ਨੂੰ ਪੰਡਤ ਕਹਿੰਦੇ ਨੇ। ਤੀਰਥ ਜਾਓ ਤਾਂ ਹੋਂ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਸੋ ਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਸੱਚ ਦੀ ਸੰਗਤ ਕਰਿਆ ਕਰ, ਉਹਨੂੰ ਅਸਥਾਨ ਕਹਿੰਦੇ ਨੇ। ਔਰ ਸੱਚ ਦੀ ਸੰਗਤ ਅੰਦਰ ਵਸਦੇ ਰੱਬ ਜੀ ਨਾਲ ਕੀਤੀ ਜਾਂਦੀ ਹੈ। ਇਹ ਵਾਲੇ ਅਸਥਾਨ ਨੂੰ ਲੱਭਦੇ ਹਾਂ, ਇਸ ਅਸਥਾਨ ਨੂੰ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਕਹਿੰਦੇ ਨੇ। ਸੋ ਥਾਨ ਸੁਹਾਵਾ ਰਾਮ ਰਾਜੇ, ਮੇਰੇ ਰਾਮ ਹੋ ਸੋ ਥਾਨ ਭਾਲਣ ਆਇਆ, ਇਸ ਥਾਨ ਨੂੰ ਲੱਭਦੇ ਹਾਂ। ਸਿੰਬਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲਾਨ। ਸਿੰਬਲ ਰੁੱਖ ਹੀ ਹੁੰਦਾ ਹੈ, ਇੱਕ ਲੰਬਾ ਜਿਹਾ ਪੇੜ ਹੁੰਦਾ, ਦੇਖਣ ਵਿੱਚ ਉੱਚਾ ਸੁੰਦਰ ਲੰਬਾ, ਔਰ ਉਹਦੀ ਉਮਰ ਵੀ ਬੜੀ ਉੱਚੀ ਹੁੰਦੀ ਹੈ। ਆਸਾ ਕੀ ਵਾਰ ਵਿੱਚ ਰੋਜ਼ ਸੁਣਦੇ ਹਾਂ, ਸਿੰਬਲ ਰੁੱਖ ਸਰਾਏਰਾ, ਅਤ ਦੀਰਘ ਅਤ ਮੁੱਚ, ਓਏ ਜੇ ਆਵੇਂ ਆਸ ਕਰ। ਓਏ ਮਤਲਬ ਤੋਤੇ ਜਾਂ ਪੰਛੀ ਬੜੀ ਦੂਰੋਂ ਉੜ ਕੇ ਆਉਂਦੇ ਨੇ, ਸੋਚਦੇ ਨੇ ਉਸ ਪੇੜ ਤੇ ਜਾ ਕੇ ਬੈਠਾਂਗੇ, ਛਾਂ ਵੀ ਲਵਾਂਗੇ, ਉਹਦਾ ਫਲ ਫਰੂਟ ਵੀ ਖਾਵਾਂਗੇ। ਪਰ ਜਦੋਂ ਉੱਥੇ ਆਉਂਦੇ ਨਾ, ਸਿੰਬਲ ਰੁੱਖ ਸਰਾਏਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇਂ ਆਸ ਕਰ ਜਾਏ ਨਿਰਾਸੇ ਕੀ, ਫਲ ਫਿੱਕੇ ਫਿੱਕੇ ਫਲ ਨਿਕਲਦੇ ਨੇ। ਫੁੱਲ ਬੱਕ ਬੱਕ ਪਏ, ਫੁੱਲ ਵੀ ਕੰਮ ਨਹੀਂ ਆਉਂਦੇ ਨੇ। ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨਾ ਆਵੇ ਪੱਤ, ਪੱਤੇ ਵੀ ਉਹਦੇ ਕੰਮ ਨਹੀਂ ਆਉਂਦੇ ਨੇ। ਫੁੱਲ ਵੀ ਦੇਖਣ ਹੀ ਸੁੰਦਰ ਲੱਗਦੇ ਨੇ, ਖੁਸ਼ਬੂ ਕੋਈ ਨਹੀਂ ਹੁੰਦੀ। ਸਤਸੰਗ ਜੀ ਹੁਣ ਮੇਰੇ ਤੇ ਢੁਕਾ ਰਹੇ ਨੇ, ਮੈਨੂੰ ਕਹਿੰਦੇ ਮੇਰਾ ਜੀਵਨ ਲੋਕਾਂ ਨੂੰ ਬੜਾ ਲੱਗਦਾ ਹੈ ਇਹ ਬੜਾ ਧਰਮੀ ਹੋਏਗਾ, ਜਾਂ ਬੜਾ ਮਿੱਠਾ ਬੋਲਦਾ ਹੈ, ਜਾਂ ਬੜੇ ਚੰਗੇ ਹੋਣਗੇ। ਪਰ ਜਦੋਂ ਅਸੀਂ ਕਿਸੇ ਦੀ ਰਿਲੇਸ਼ਨਸ਼ਿਪ ਵਿੱਚ ਆਉਂਦੇ ਹਾਂ, ਜਦੋਂ ਕਿਸੇ ਇਨਸਾਨ ਦੇ ਪਰਿਵਾਰ ਵਿੱਚ ਉੱਠਣ ਬੈਠਣ ਲੱਗਦੇ ਹਾਂ, ਤਾਂ ਸਾਨੂੰ ਜਦੋਂ ਉਹਨਾਂ ਦੇ ਅਵਗੁਣ ਨਜ਼ਰ ਆਉਂਦੇ ਨੇ ਤਾਂ ਅਸੀਂ ਹੈਰਾਨ ਰਹਿ ਜਾਂਦੇ ਹਾਂ। ਉਹਨੂੰ ਕਹਿੰਦੇ ਨੇ ਜਾਂ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ, ਤਾਂ ਪਤਾ ਲੱਗਦਾ ਹੈ। ਔਰ ਇੱਕ ਮਾਤਾ ਜੀ ਨੇ ਤਾਂ ਮੈਨੂੰ ਇਹ ਵੀ ਕਿਹਾ ਕਿ ਮੇਰੀ ਬੇਟੀ ਨੂੰ ਕਿਸੇ ਤਰ੍ਹਾਂ ਬਚਾ ਲਓ। ਮੈਂ ਕਿਹਾ ਕਿਉਂ, ਕੀ ਹੋਇਆ? ਕਹਿੰਦੇ ਅਸੀਂ ਗੁਰਦੁਆਰੇ ਗਏ ਸੀ, ਅਸੀਂ ਉਹਨਾਂ ਨੂੰ ਸੇਵਾ ਕਰਦਿਆਂ ਦੇਖਿਆ, ਪਰ ਉਹਨਾਂ ਨੇ ਮੇਰੀ ਬੇਟੀ ਦੇ ਨੱਕ ਤੇ ਦਮ ਕੀਤਾ ਹੋਇਆ ਦਾਜ ਪ੍ਰਥਾ ਵਾਸਤੇ, ਔਰ ਉਹ ਮੇਰੀ ਬੇਟੀ ਨੂੰ ਬਹੁਤ ਤੰਗ ਕਰਦੇ ਨੇ ਪੈਰ ਦੀ ਜੁੱਤੀ ਬਣਾ ਕੇ। ਇਹ ਕੀ ਹੈ? ਸਿੰਬਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲਾਨ। ਅਸੀਂ ਸਾਰੇ ਤੋਤੇ ਹਾਂ ਔਰ ਅਸੀਂ ਇੱਕ ਦੂਜੇ ਦੇ ਨੇੜੇ ਜਾਂਦੇ ਹਾਂ, ਪਰ ਜਦੋਂ ਦਾ ਮਿਸਬਿਹੇਵ ਦੇਖਦੇ ਹਾਂ ਤਾਂ ਅਸੀਂ ਸਿੰਬਲ ਰੁੱਖ ਵਰਗੇ ਹੁੰਦੇ ਹਾਂ। ਸੇ ਫਲ ਕੰਮ ਨਾ ਆਮਨੀ ਤੇ ਗੁਣ ਮੈਂ ਤਨ ਹਨ। ਸਾਡੇ ਅੰਦਰ ਉਹ ਗੁਣ ਚੰਗੇ ਨਹੀਂ ਹੁੰਦੇ ਨੇ। ਜਦੋਂ ਗੁਣ ਚੰਗੇ ਨਹੀਂ ਹੁੰਦਾ, ਮਨੁੱਖ ਕਹਿੰਦਾ ਮੈਂ ਤਾਂ ਇਹਨਾਂ ਨੂੰ ਪਾਠ ਕਰਦਾ ਦੇਖਦਾ ਸੀ, ਹਾਏ ਮੈਂ ਤਾਂ ਇਹਨਾਂ ਨੂੰ ਰੋਜ਼ ਗੁਰਦੁਆਰੇ ਸੇਵਾ ਕਰਦਾ ਦੇਖਦਾ ਸੀ, ਹਾਏ ਮੈਂ ਅਸਤਾ ਸੀ ਰੋ ਰੋ ਕੇ ਇਸ ਤਰ੍ਹਾਂ ਗੱਲਾਂ ਕਰਦੇ ਹਾਂ। ਪਰ ਸਤਸੰਗ ਜੀ ਕਿਸੇ ਬਾਰੇ ਗੱਲ ਕਰਨ ਦੀ ਲੋੜ ਨਹੀਂ। ਕੀ ਕਰਨਾ ਹੈ? ਜੋ ਲੋਕਾਂ ਵਿੱਚ ਭੈੜ ਹੈ ਉਹ ਮੈਂ ਨਹੀਂ ਕਰਨਾ, ਜੋ ਹਿਪੋਕ੍ਰੇਸੀ ਲੋਕ ਕਰਦੇ ਨੇ ਉਹ ਮੈਂ ਨਹੀਂ ਕਰਨੀ। ਸਿੰਬਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲਾਨ, ਸੇ ਫਲ ਕੰਮ ਨਾਮਨੀ ਤੇ ਗੁਣ ਮੈਂ ਤਨ ਹਨ। ਇਹਦਾ ਮਤਲਬ ਸ਼ਬਦ ਮੇਰੇ ਬਾਰੇ ਚੱਲ ਰਿਹਾ ਹੈ।
ਇੱਕ ਸੱਜਣ ਨੇ ਮੈਨੂੰ ਥੱਲੇ ਕਿਹਾ ਕਿ ਅੱਜ ਸਵੇਰੇ ਟੀਵੀ ਤੇ ਤੁਸੀਂ ਖੰਡ ਬ੍ਰਹਿਮੰਡ, 9 ਖੰਡ ਅਤੇ ਫਿਰ ਪਾਤਾਲ ਦੀ ਔਰ ਆਗਾਸ ਦੀ ਗੱਲ ਕੀਤੀ ਹੈ, ਤੁਸੀਂ ਅੰਦਰ ਕਿਵੇਂ ਟੁਕਾਉਂਦੇ ਹੋ? ਸਾਧ ਸੰਗਤ ਜੀ, ਲੋ ਸਾਰਾ ਸ਼ਬਦ ਕਰਨ ਤੋਂ ਬਾਅਦ ਆਇਆ, ਜਿਹੜੇ ਸਿੰਬਲ ਰੁੱਖ ਦੇ ਉੱਚੇ ਉਹ ਸਭ ਕੁਝ ਸੀ, ਉਹਦੇ ਫਲ ਕੰਮ ਨਹੀਂ ਆਉਂਦੇ ਨੇ, ਉਹ ਵਾਲੇ ਗੁਣ ਮੇਰੇ ਵਿੱਚ ਹਨ। ਇਹਦਾ ਮਤਲਬ ਜਦੋਂ ਸਿੰਬਲ ਰੁੱਖ ਦੀ ਗੱਲ ਕੀਤੀ ਜਾਏਗੀ ਤਾਂ ਵੀ ਮੇਰੇ ਔਗੁਣਾਂ ਦੀ ਗੱਲ ਕੀਤੀ ਜਾਏਗੀ, ਤੇ ਜਦੋਂ ਸ਼ਹਿਦ ਦੀ ਮੱਖੀ ਦੇ ਛੱਤੇ ਦੀ ਗੱਲ ਕੀਤੀ ਜਾਏਗੀ ਤਾਂ ਵੀ ਮੈਨੂੰ ਸਮਝਾਇਆ ਜਾਏਗਾ। ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਦਬ ਮੱਖੀਰਾ, ਨਾ ਸ਼ਹਿਦ ਦੀ ਗੱਲ ਚੱਲ ਰਹੀ ਹੈ, ਨਾ ਮੱਖੀ ਦੀ ਗੱਲ ਚੱਲ ਰਹੀ ਹੈ, ਨਾ ਉਹ ਛੱਤੇ ਦੀ ਗੱਲ ਚੱਲ ਰਹੀ ਹੈ, ਪਰ ਉਹ ਪ੍ਰਤੀਕ ਵਰਤ ਕੇ ਮੈਨੂੰ ਸ਼ਹਿਦ ਦੀ ਮੱਖੀ ਵਾਂਗੂ ਸੱਚ ਦਾ ਸੰਗ ਕਰਕੇ ਸ਼ਹਿਦ ਬਣਾਉਣ ਦੀ ਗੱਲ ਚੱਲ ਰਹੀ ਹੈ। ਇਹਦਾ ਮਤਲਬ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਵੀ ਕਿਸੇ ਦੇ ਬਾਰੇ ਕੁਝ ਆਏਗਾ ਉਹ ਸਾਰਾ ਅੰਦਰ ਦੇ ਬਾਰੇ ਆਏਗਾ। ਸਾਡਾ ਫਰਜ਼ ਬਣਦਾ ਕਿ ਅਸੀਂ ਉਹਨੂੰ ਲੱਭੀਏ ਕਿ ਇਹ ਸ਼ਬਦ ਮੇਰੇ ਤੇ ਟੁਕਾਇਆ ਜਾ ਰਿਹਾ ਹੈ। ਇਸ ਕਰਕੇ ਛੱਜੂ ਝੀਵਰ ਦੀ ਛੜੀ, ਮੇਰਾ ਸਤਿਗੁਰ ਦੀ ਮੱਤ ਦਾ ਆਸਰਾ ਹੁਣ ਉਹ ਆਏਗਾ। ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ। ਹੁਣ ਮੈਂ ਸਾਰੀ ਹਿਪੋਕ੍ਰੇਸੀ ਕਰਦਾ ਹਾਂ, ਮੈਨੂੰ ਸਾਰੀ ਹਿਪੋਕ੍ਰੇਸੀ ਸਿਖਾਈ। ਇੱਕ ਸੱਜਣ ਨੇ ਮੈਨੂੰ ਦੱਸਿਆ ਕਿ ਇਹ ਸ਼ਬਦ ਸੱਜਣ ਠੱਗ ਦੀ ਪ੍ਰਥਾएं ਹੈ, ਗੁਰੂ ਨਾਨਕ ਸਾਹਿਬ ਨੇ ਕਿਹਾ। ਮੈਂ ਉਹਨੂੰ ਕਿਹਾ ਇਹ ਤਾਂ ਮੈਨੂੰ ਹਿਸਟਰੀ ਬਾਰੇ ਨਹੀਂ ਪਤਾ ਕਿ ਸੱਜਣ ਠੱਗ ਬਾਰੇ ਹੈ ਕਿ ਨਹੀਂ ਹੈ, ਲੇਕਿਨ ਮੈਨੂੰ ਇਹ ਸਮਝ ਆ ਰਹੀ ਹੈ ਕਿ ਇਹ ਸਾਰੀ ਹਿਪੋਕ੍ਰੇਸੀ ਅਸੀਂ ਸਾਰੇ ਕਰਦੇ ਹਾਂ। ਇਹਦਾ ਮਤਲਬ ਡੂਗਰਵਾਟ ਲੱਭਣੀ ਪਏਗੀ। ਡੂਗਰਵਾਟ ਹੁੰਦਾ ਸਿੱਧਾ ਰਸਤਾ ਛੱਡਣਾ, ਟੁਰਨਾ, ਡਿੰਗੇ ਟੇਡੇ ਰਸਤੇ ਤੇ ਟੁਰਨਾ, ਪਹਾੜੀ ਦੇ ਉੱਚੇ ਨੀਵੇਂ ਰਸਤਿਆਂ ਤੇ ਟੁਰਨਾ, किसी बारे मन मटाव बना के रखना, किसी नाल बड़ा प्यार करना और किसी नाल दुश्मनी करनी, हेटरेड लुक देनी। मनून फरीद जी पकड़न के कहनगे मन मैदान कर टोए टिब्बे ला, मन मैदान कर टोए तिब्बे ला, अग्गे मूल न आवसी, दोजक संदीपा, अग्गे मूल न आवसी, दोजक संदीपा, मन मैदान कर टोए टिब्बे ला, मन मैदान कर। सब नाल दुश्मनी छੱਡ ਦੇ, मैदान कर लै, पैरल कर लै, बराबर कर लै, डिंगा टेढ़िया रस्तियां ते ना टुरिया कर। मन दे अंदर तू पहाड़ी रस्ते बनाए हुए ने, मन दे अंदर उबड़ खाबड़ बनाए हुए ने, मन दे अंदर तू कंडियाले रस्ते बनाए हुए ने। ऐ तू की करदा है? अग्गे मूल ना आपसी का मतलब मरण तो बाद नहीं, जे तू टोए टिब्बे ला दे तो उस तो अगला पल तेरे वास्ते दोजक संदीपा। दोजक होंदा नरक, नरक दी अग्नि खत्म, तेरे जीवन विच नरक दी अग्नि खत्म। साध संगत जी हुण गुरु पातशाह ने की कीता, मैं डूगरवाट चलदा सी, मेरे छज्जू ते छड़ी छड़ी रखी और मैनू छड़ी अपना आसरा दे के अपनी सोटी फड़ा के मैनू चलना सिखाया। मैं भैड़े बोल बोलदा सी, मैनू छड़ी लगाई और मैनू मिठा बोल सिखाया। साध संगत जी मैनू डज नॉट मीन माई सैल्फ, मैनू का मतलब जो इंसान गुरु की बाणी पढ़ के कबीर गूंगा हुआ बावरा बैर हुआ कान पावों ते सिंह पिंगल पिया मारा सतगुरबान ये सीखेगा तो वो जीवन में जो बदलाहट आएगी तो महसूस कर सकेगा कि गुरु पातशाह ने केड़ी छड़ी वरती और केड़ी छड़ी किदे ते रखी और वह गूंगापन किवें ठीक किया और दे अंदर दी गीता किवें बोलन लग पई। अंदर दी गीता साडे सब दे अंदर महाभारत चलती रहती है, साडे अंदर कश्मकश चलती रहती है कि मैं चंगियां दा साथ दियां
ਕੌਰਵਾਂ ਦਾ ਸਾਥ ਦਿਆਂ ਕਿ ਪਾਂਡਵਾਂ ਦਾ ਸਾਥ ਦਿਆਂ, ਮੈਂ ਸਿੱਧੇ ਪਾਸੇ ਟੁਰਾਂ ਕਿ ਪੁੱਠੇ ਪਾਸੇ ਟੁਰਾਂ, ਮੈਂ ਵਾਈਸਿਸ ਨਾਲ ਟੁਰਾਂ ਕਿ ਮੈਂ ਵਰਚੂਜ਼ ਨਾਲ ਟੁਰਾਂ। ਇਹ ਸਾਡੀ ਕਸ਼ਮਕਸ਼ ਚਲਦੀ ਰਹਿੰਦੀ ਹੈ। ਪਰ ਮਹਾਭਾਰਤ ਲੜੀ ਔਰ ਕੇਵਲ ਵਰਚੂਜ਼ ਦੇ ਨਾਲ ਟੁਰਨਾ ਸਿੱਖਣ ਵਾਲੀ ਜਾਚ ਮੇਰੇ ਛੱਜੂ ਨੂੰ ਗੁਰੂ ਪਾਤਸ਼ਾਹ ਸਿਖਾਉਂਦੇ ਨੇ ਆਪਣੀ ਛੜੀ ਲਗਾ ਕੇ। ਸਾਧ ਸੰਗਤ ਜੀ, ਅੰਨਾਪਣ ਠੀਕ ਕਰਦੇ ਨੇ, ਅੰਨੇ ਨੂੰ ਸੋਟੀ ਫੜਾਉਂਦੇ ਨੇ, ਛੜੀ ਫੜਾਉਂਦੇ ਨੇ, ਗੂੰਗਾਪਣ ਠੀਕ ਕਰਦੇ ਨੇ, ਛੜੀ ਫੜਾਉਂਦੇ ਨੇ, ਬਹਿਰਾਪਣ ਠੀਕ ਕਰਦੇ ਨੇ, ਛੜੀ ਫੜਾਉਂਦੇ ਨੇ, ਜ਼ਬਾਨ ਮਿੱਠੀ ਦਿੰਦੇ ਨੇ, ਛੜੀ ਫੜਾਉਂਦੇ ਨੇ। ਫਿਰ ਕੋਈ ਵੀ ਮਨੁੱਖ ਹਿਪੋਕ੍ਰੇਸੀ ਨਹੀਂ ਕਰੇਗਾ ਕਿ ਪਤਨੀ ਨੂੰ ਗਾਲਾਂ ਕੱਢੇ ਜਾਂ ਕਿਸੇ ਨੂੰ ਵੀ ਗਾਲਾਂ ਕੱਢੇ। ਕੋਈ ਵੀ ਕਿਸੇ ਦੇ ਨਾਲ ਮੰਦੇ ਬੋਲ ਬੋਲੇਗਾ ਹੀ ਨਹੀਂ। ਉਹਨੂੰ ਮਿੱਠ ਬੋਲਣਾ ਵਾਲਾ ਜੀਵਨ ਸਮਝ ਆ ਜਾਏਗਾ, ਮਾफ़ ਕਰ ਦਿਆ ਕਰੇਗਾ ਔਰ ਆਪਣਾ ਜੀਵਨ ਸੰਵਾਰੇਗਾ, ਹਿਪੋਕ੍ਰੇਸੀ ਛੋੜ ਦੇਗਾ। ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ, ਅਵਗੁਣਾਂ ਨੂੰ ਇਕੱਠਾ ਕਰਨਾ ਸਿਰ ਦਾ ਭਾਰ ਹੁੰਦਾ ਹੈ। ਫਰਜ਼ ਕਰੋ ਮੈਂ ਕਿਸੇ ਨਾਲ ਧੋਖਾ ਕੀਤਾ ਹੈ ਔਰ ਕਿਸੇ ਨੂੰ ਨਹੀਂ ਪਤਾ ਔਰ ਇਹ ਮੇਰਾ ਮਿੱਤਰ ਹੈ। ਜੇ ਮੈਂ ਇਹਦੇ ਨਾਲ ਦਿਲ ਦੀ ਗੱਲ ਕਰਾਂ ਔਰ ਉਹਨੂੰ ਕਹਾਂ ਮੈਂ ਤੇਰੇ ਨਾਲ ਦਿਲ ਦੀ ਗੱਲ ਕਰ ਰਿਹਾ, ਮੈਂ ਕਿਸੇ ਨਾਲ ਨਾ ਇਸ ਤਰ੍ਹਾਂ ਕੀਤਾ ਸੀ, ਉਹ ਗੱਲ ਨਾ ਮੈਂ ਤੇਰੇ ਨਾਲ ਕਰਕੇ ਆਪਣਾ ਮਨ ਹੌਲਾ ਕਰ ਲਿਆ, ਮੀਨਸ ਅਵਗੁਣ ਦਾ ਮੇਰੇ ਮਨ ਉੱਤੇ ਭਾਰ ਸੀ, ਕਿਸੇ ਨੂੰ ਸੁਣਾ ਕੇ ਮਨ ਦਾ ਭਾਰ ਹੌਲਾ ਕਰਦੇ ਹਾਂ। ਇਹਦਾ ਮਤਲਬ ਜਦੋਂ ਅਸੀਂ ਅਵਗੁਣ ਨਹੀਂ ਹੁੰਦੇ ਨੇ ਮਨ ਉੱਤੇ, ਗਿਲਟ ਦੀ ਫੀਲਿੰਗ ਨਹੀਂ ਹੁੰਦੀ ਤਾਂ ਮਨ ਹਲਕਾ ਹੋ ਜਾਂਦਾ ਹੈ। ਇਹਨੂੰ ਧਰਤੀ ਹੋਰ ਪਰਿਆ ਪਰਿਆ ਹੋਰ, ਧਰਤੀ ਹੋਰ ਪਰਿਆ ਹੋਰ ਹੋਰ ਕਹਿੰਦੇ ਨੇ। ਇਹਨੂੰ ਕਹਿੰਦੇ ਨੇ ਤਬਲਾ ਉੱਪਰ ਕਹਿਤਾ ਭਾਰ, ਭਾਰ ਰਿਹਾ ਹੀ ਨਹੀਂ। ਉਹ ਚੰਗੇ ਗੁਣਾਂ ਦੀਆਂ ਅਨੇਕਾਂ ਧਰਤੀਆਂ ਨੂੰ ਚੁੱਕ ਸਕਦਾ ਹੈ। ਉਸ ਦਾ ਮਨ ਬਲਦ ਟਿਕ ਜਾਂਦਾ ਨਾ, ਉਹਦੀਆਂ ਚਾਰੋਂ ਟੰਗਾਂ ਟਿਕ ਜਾਂਦੀਆਂ ਨੇ। ਜਿਸ ਨੂੰ ਇਹ ਸਮਝ ਆ ਜਾਏ ਮੈਂ ਹਿਪੋਕ੍ਰੇਸੀ ਜੀ ਰਿਹਾ, ਉਹਨੂੰ ਕਹਿੰਦੇ ਨੇ ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ। ਭਾਰ ਕਿਹੜੇ ਵਾਲਾ? ਲੋਕ ਔਗੁਣਾ ਕੀ ਬੰਨਾ ਗੰਠਣੀ, ਗੁਣ ਨਾ ਵੀ ਆਜਿਆ ਕੋਏ। ਸਾਧ ਸੰਗਤ ਜੀ, ਅਸੀਂ ਹਰ ਪੰਕਤੀ, ਹਰ ਸ਼ਬਦ, ਹਰ ਟਰਮ, ਹਰ ਗੱਲ, ਹਰ ਕੁਐਸਚਨ ਦਾ ਆਨਸਰ ਬਾਣੀ ਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਜਿਸ ਦਿਨ ਅਸੀਂ ਬਾਣੀ ਚੋਂ ਬਾਣੀ ਦੇ ਅਰਥ ਸਮਝਾਂਗੇ ਨਾ, ਅਰਥ ਬਦਲਦੇ ਜਾਣਗੇ ਔਰ ਸਾਡਾ ਜੀਵਨ ਬਦਲਦਾ ਜਾਏਗਾ। ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ, ਡਿੰਗਾ ਟੇਡਾ ਪਹਾੜੀ ਰਸਤਾ ਹੈ, ਤੂੰ ਔਗੁਣਾ ਦਾ ਭਾਰ ਚੁੱਕ ਕੇ ਨਾ ਟੁਰਿਆ ਕਰ, ਇਹ ਹਿਪੋਕ੍ਰੇਸੀ ਨਾ ਕਰਿਆ ਕਰ, ਬਾਹਰੋਂ ਭੇਖ ਬਣਾ ਕੇ ਬਗਲ ਵਿੱਚ ਛੁਰੀ ਮੂੰਹ में राम राम ना करिया कर। अंदले भार उठाया डूगर वाट बहुत, अखी लोड़ी ना लहा हो चढ़ लंगा कित। समझ आ गई है मेरे को अखा भी ने, फिर भी मैं डिगे टेढ़े रस्ते टुरदा रहना। साध संगत जी, जदों ये अवगुणा दी और हिपोक्रेसी दी गेम समझ आती है ना कि मैं हिपोक्रेट हाँ। ਅਸੀਂ ਇੱਕ ਸੈਮੀਨਾਰ ਕੀਤਾ ਸੀ, ਉਹਦੇ ਵਿੱਚ ਹਿਪੋਕ੍ਰੇਸੀ ਤੇ ਅਸੀਂ ਸ਼ਬਦ ਪੜ੍ਹਿਆ ਸੀ, ਹੋ ਪਾਪੀ ਪਤਿਤ ਪਰਮ ਪਾਖੰਡੀ। ਅਸੀਂ ਤੇ ਆਪਣੇ ਆਪ ਨੂੰ ਧਰਮੀ ਸਮਝਦੇ ਹਾਂ, ਸਾਡਾ ਤੇ ਗੁਰੂ ਨਾਨਕ ਸਾਹਿਬ ਦੇ ਮਾਰਗ ਤੇ ਮੈਚ ਹੀ ਨਹੀਂ ਬਣਦਾ। ਹੋ ਪਾਪੀ ਪਤਿਤ ਪਰਮ ਪਾਖੰਡੀ, ਤੂੰ ਨਿਰਮਲ ਨਿਰੰਕਾਰੀ। ਤੇ ਅਸੀਂ ਤੇ ਪਾਪੀ ਪਤਿਤ ਪਰਮ ਪਾਖੰਡੀ ਹੋ ਕੇ ਵੀ ਆਪਣਾ ਪਾਖੰਡ ਛੱਡਦੇ ਨਹੀਂ ਆ, ਬਾਹਰਲੇ ਕਰਮ ਕਾਂਡ ਕਰੀ ਜਾਂਦੇ ਆ, ਲੰਬੇ ਲੰਬੇ ਡੰਡੋਤ ਮੱਥੇ ਟੇਕੀ ਜਾਂਦੇ ਆ, ਪਰਿਕਰਮਾ ਕਰੀ ਜਾਂਦੇ ਆ, ਫੁੱਲ ਚੜਾਈ ਜਾਂਦੇ ਆ, ਪ੍ਰਸ਼ਾਦ ਚੜਾਈ ਜਾਂਦੇ ਆ, ਨਗਰ ਕੀਰਤਨ ਤੇ ਸੜਕਾਂ ਸਾਫ਼ ਕਰ ਦਿਆਂਗੇ ਪਰ ਮਨ ਸਾਫ਼ ਨਹੀਂ ਕਰਦੇ ਆ। ਸਾਧ ਸੰਗਤ ਜੀ, ਸਾਨੂੰ ਕੌਣ ਸਮਝਾਏ? ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕੀਤਾ, ਕੀ ਮੱਖਣਬਾਜ਼ੀ ਕਰਦਾ ਰਹਿੰਦਾ, ਕੀ ਬਾਹਰੋਂ ਹਿਪੋਕ੍ਰੇਸੀ ਕਰਦਾ ਨਾ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕੀ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ। ਸਤਿਗੁਰ ਦੀ ਮੱਤ ਲੈ ਔਰ ਵਿਕਾਰਾਂ ਤੋਂ, ਹਿਪੋਕ੍ਰੇਸੀ ਵਾਲੇ ਜੀਵਨ ਤੋਂ, ਮਨ ਹੋਰ ਮੁਖ ਹੋਰ ਤੋਂ, ਜੀਉ ਮੈਲੇ ਬਾਹਰੋਂ ਨਿਰਮਲ ਤੋਂ, ਇਹਨਾਂ ਸਭ ਤੋਂ ਛੁੱਟ, ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਤੋਂ ਛੁੱਟ। ਜੋ ਛੁੱਟ ਜਾਂਦਾ ਹੈ ਨਾ, ਉਹ ਜੀਉ ਨਿਰਮਲ ਬਾਹਰੋਂ ਨਿਰਮਲ ਹੋ ਜਾਂਦਾ ਹੈ। ਇੱਕ ਸ਼ਲੋਕ ਮੈਨੂੰ ਕਿਸੇ ਨੇ ਪੁੱਛਿਆ ਸੀ, ਗੁਰੂ ਪਾਤਸ਼ਾਹ ਜੀ ਬਾਣੀ ਰਾਹੀਂ ਕਹਿੰਦੇ ਨੇ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਅਸੀਂ ਇਸ ਦਾ ਉਚਾਰਨ ਕਰਾਂਗੇ, ਜਿਨ ਪਟ ਅੰਦਰ ਬਾਹਰ ਗੁੱਦੜ। ਗੁੱਦੜ ਦਾ ਮਤਲਬ ਗੰਦਗੀ ਨਹੀਂ ਹੁੰਦਾ, ਗੁੱਦੜ ਦਾ ਮਤਲਬ ਹੁੰਦਾ ਗੋਦੜੀ। ਗੋਦੜੀ ਮਤਲਬ ਪਹਿਰਨ, ਉਹਨੂੰ ਪਹਿਰ ਸਿਰ ਪਾਓ ਕਹਿੰਦੇ ਨੇ, ਸਿਰ ਮੱਤ ਉੱਤੇ ਸਤਿਗੁਰ ਦੀ ਮੱਤ ਦਾ ਚੋਲਾ ਪਾਉਣਾ। ਗੁਰੂ ਪਾਤਸ਼ਾਹ ਜਿਨ ਪੱਟ, ਜਿਨ੍ਹਾਂ ਦੇ ਕੋਲ ਰੇਸ਼ਮ ਵਾਲੀ ਮੱਤ, ਦੇਸੀ ਘਿਓ ਵਾਲੀ ਮੱਤ, ਜਿਨ੍ਹਾਂ ਕੋਲ ਪਿਓਰਿਟੀ ਆ ਜਾਂਦੀ ਹੈ, ਉਹ ਜੀਓ ਨਿਰਮਲ ਬਾਹਰੋਂ ਨਿਰਮਲ ਹੋ ਜਾਂਦੇ ਨੇ। ਜਿਨ ਪੱਟ ਅੰਦਰ ਬਾਹਰ ਦੋਨਾਂ ਨੂੰ ਰਾਰੀ ਲੱਗ ਸਿਆਰੀ ਲੱਗੀ ਹੋਈ ਹੈ, ਅੰਦਰ ਤੇ ਬਾਹਰੋਂ
ਅੰਦਰ ਬਾਹਰ ਗੁੱਦੜ, ਉਹ ਆਪਣੇ ਲੋਕ ਅਤੇ ਪਰਲੋਕ ਉੱਤੇ ਸਤਿਗੁਰੂ ਦੀ ਮੱਤ ਦਾ ਚੋਲਾ ਗੋਦੜੀ ਪਾ ਲੈਂਦੇ ਨੇ, ਪ੍ਰੇਮ ਪਟੋਲਾ ਪੈਂਦੇ ਨੇ, ਤੇ ਭਲੇ ਸੰਸਾਰ ਤਿੰਨੇ ਲੱਗਾ ਰੱਬ ਸਿੱਤੀ ਦੇਖਣੇ ਵਿਚਾਰ। ਉਹ ਜੀਵਨ ਜਾਚ ਸਮਝ ਆ ਜਾਂਦੀ ਹੈ। ਪਰ ਇਹ ਅਸੀਂ ਆਪਣਾ ਅੰਨਾਪਨ ਠੀਕ ਕਰਨਾ ਹੈ। ਜੇ ਅੰਨੇ ਆ ਸਤਿਗੁਰ ਦੀ ਮੱਤ ਸਾਡੇ ਕੰਮ ਨਹੀਂ ਆਉਂਦੀ, ਅੰਨੇ ਹਾਂ ਮੰਨੀਏ ਔਰ ਸਤਿਗੁਰ ਦੀ ਮੱਤ ਲੈ ਕੇ ਅੱਖਾਂ ਪ੍ਰਾਪਤ ਕਰੀਏ ਮਨ ਦੀਆਂ, ਤਾਂ ਸਾਡੇ ਕੰਮ ਸਤਿਗੁਰ ਦੀ ਮੱਤ ਆਈ। ਸਤਿਗੁਰ ਦੀ ਮੱਤ ਅਵੇਲੇਬਲ ਹੈ, ਪਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖੈ ਮੈਂ ਚੂਕ, ਅੰਧੇ ਇੱਕ ਨਾ ਲਾਗੀ ਜੋ ਬਾਸ ਬਜਾਈਐ ਫੂਕ। ਇਹਦਾ ਮਤਲਬ ਕੀ ਹੋਇਆ? ਸਤਿਗੁਰ ਦੀ ਮੱਤ ਤੇ ਅਵੇਲੇਬਲ ਹੈ, ਪਰ ਜਿਹੜਾ ਅੰਨਾ ਹੈ ਉਹ ਲੈਂਦਾ ਨਹੀਂ ਹੈ। ਸਿੱਖਾਂ ਮੈਂ ਚੂਕ ਦਾ ਮਤਲਬ ਸਰਦਾਰਾਂ ਨੂੰ ਨਹੀਂ ਕਹਿ ਰਹੇ ਨੇ, ਸਿੱਖ ਬਰਾਦਰੀ ਨੂੰ ਨਹੀਂ ਕਹਿ ਰਹੇ ਨੇ। ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਜੇ ਸਿੱਖ ਜਿਹੜੀ ਮਿਲੀ ਹੈ, ਜਿਹੜੀ ਐਡਵਾਈਸ ਮਿਲੀ ਹੈ, ਜਿਹੜੀਆਂ ਵਰਚਿਊ ਸਮਝਾਈਆਂ, ਜੇ ਤੂੰ ਉਹਨਾਂ ਤੋਂ ਚੂਕ ਜਾਣਾ ਹੈ ਤਾਂ ਸਤਿਗੁਰ ਦੀ ਮੱਤ ਤੇ ਤੈਨੂੰ ਅੱਖਾਂ ਨਹੀਂ ਦੇਗੀ। ਫਿਰ ਸਤਿਗੁਰ ਦੀ ਮੱਤ ਤੇ ਤੈਨੂੰ ਕਹਿ ਰਹੀ ਹੈ ਜੋ ਦੱਸਿਆ ਗੁਰ ਕਿਹਾ ਸਾਕਾਰ ਕਮਾਵੋ, ਉਹਦੇ ਤੇ ਟੁਰਿਆ ਕਰ। ਜੋ ਟੁਰਦੇ ਨੇ ਉਹ ਅੰਦਰੋਂ ਬਾਹਰੋਂ ਪਿਓਰ ਹੋ ਜਾਂਦੇ ਨੇ। ਇੱਥੇ ਇਹਨੂੰ ਸਿੰਸੀਅਰਿਟੀ ਕਹਿੰਦੇ ਨੇ। ਸਿੰਸੀਅਰਿਟੀ ਲਫ਼ਜ਼ ਬਣਿਆ ਸਪੈਨਿਸ਼ ਲਫ਼ਜ਼ ਤੋਂ, ਇਹ ਇੰਗਲਿਸ਼ ਵਰਡ ਵਿੱਚ ਆਇਆ ਸਿੰਸੀਅਰ, ਸਿਨਸੈਰਾ। ਸਿਨਸੈਰਾ ਕਿੱਥੋਂ ਬਣਿਆ? ਪਹਿਲਾਂ ਲੋਕੀ ਬੁੱਤ ਬਣਾਉਂਦੇ ਸਨ, ਪੱਥਰ ਦਾ ਬੁੱਤ ਕੱਢਦੇ ਸਨ। ਬੁੱਤ ਬਣਾਉਂਦਿਆਂ ਉਹਦੇ ਮੂੰਹ ਦੇ ਉੱਤੇ ਕੋਈ ਵੀ ਛੈਣੀਆਂ ਥੋੜੀ ਗਲਤ ਵੱਜ ਜਾਏ ਤਾਂ ਨੁਕਸ ਪੈ ਜਾਂਦਾ ਸੀ। ਉਹਨੂੰ ਛੁਪਾਉਣ ਵਾਸਤੇ ਉੱਥੇ ਮੋਮ ਲਗਾਉਂਦੇ ਸਨ। ਸੈਰਾ ਮੋਮ ਨੂੰ ਕਹਿੰਦੇ ਨੇ। ਸਿਨ ਸੈਰਾ, ਵਿਦਾਊਟ ਸੈਰਾ। ਜਿਹੜਾ ਬੁੱਤ ਬਿਲਕੁਲ ਗਲਤ ਬਣਿਆ ਹੋਵੇ, ਉਹਦੇ ਔਗੁਣ ਛੁਪਾਉਣ ਵਾਸਤੇ ਮੋਮ ਲੱਗੀ ਹੋਵੇ ਤਾਂ ਉਹ ਸਿਨ ਸੈਰਾ ਨਾ ਹੋਇਆ। ਸੋ ਸਪੈਨਿਸ਼ ਅੰਦਰ ਲਫ਼ਜ਼ ਬਣਿਆ ਸਿਨ ਸੈਰਾ ਮੀਨਸ ਇਹ ਜਿਹੜਾ ਬੁੱਤ ਹੈ ਇਹਦੇ ਉੱਤੇ ਕੋਈ ਮੋਮ ਨਹੀਂ ਲਗਾਈ ਗਈ ਹੈ, ਇਹਦਾ ਕੋਈ ਔਗੁਣ ਨਹੀਂ ਛੁਪਾਇਆ ਗਿਆ, ਕਿਉਂਕਿ ਇਹ ਐਜ਼ ਇਟ ਇਜ਼ ਪਿਓਰ ਫਾਰਮ ਵਿੱਚ ਠੀਕ ਹੈ। ਸਿਨ ਸੈਰਾ, ਬਿਨਾ ਵੈਕਸ ਤੋਂ, ਬਿਨਾ ਲੁਕਾ ਛਪਾ ਤੋਂ, ਬਿਨਾ ਕੋਈ ਉੱਪਰ ਲੋਪਾ ਪੀਤੀ ਕੀਤਿਆਂ। ਜਦੋਂ ਅਸੀਂ ਸਤਿਗੁਰ ਦੀ ਮੱਤ ਲਵਾਂਗੇ ਤਾਂ ਅਸੀਂ ਅੰਦਰੋਂ ਬਾਹਰੋਂ ਇੱਕ ਹੋ ਜਾਵਾਂਗੇ ਔਰ ਸਿੰਸੀਅਰ ਹੋ ਜਾਵਾਂਗੇ। ਗੁਰੂ ਪਾਤਸ਼ਾਹ ਜੀ ਦੀ ਮੱਤ ਅਨੁਸਾਰ ਜੀਣ ਲੱਗ ਪਾਂਗੇ। ਜਿੱਥੇ ਜਾਵਾਂਗੇ ਉੱਥੇ ਸਤਿਗੁਰ ਰੂਪੀ ਚੰਗੇ ਗੁਣ ਸੱਜਣ ਨਾਲ ਹੋਣਗੇ। ਲੇਖਾ ਪਏਗਾ ਔਰ ਸਾਨੂੰ ਲੇਖੇ ਨਾਲ ਡੀਲ ਕਰਨਾ ਆ ਜਾਏਗਾ। ਹਾਊ ਟੂ ਕੰਬੈਟ ਵਿਦ ਦਾ ਵਾਈਸਿਸ। ਹੋ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ। ਉਸ ਵੇਲੇ ਅਸੀਂ ਮਾਈਟੀ ਖਾਲਸਾ ਬਣ ਜਾਂਦੇ ਹਾਂ ਔਰ ਆਪਣੇ ਔਗੁਣਾਂ ਦੇ ਨਾਲ ਫਾਈਟ ਕਰਨੀ ਸਿੱਖ ਜਾਂਦੇ ਆ। ਉਹਨੂੰ ਸੂਰਮਾ ਕਹਿੰਦੇ ਨੇ। ਜੋ ਆਪਣੇ ਔਗੁਣਾਂ ਨਾਲ ਲੜਨਾ ਸਿੱਖ ਜਾਂਦਾ ਹੈ ਉਹ ਔਗੁਣ ਦੂਰ ਕਰ ਲੈਂਦਾ ਹੈ ਔਰ ਉਹ ਸਿੰਸੀਅਰ ਹੋ ਜਾਂਦਾ ਹੈ। ਅੱਜ ਦੇ ਸ਼ਬਦ ਰਾਹੀਂ ਸਾਨੂੰ ਇਹ ਚੰਗੇ ਗੁਣ ਸਿਖਾਏ ਨੇ। ਚੰਗੇ ਗੁਣ ਦੇ ਨਾਲ ਮੇਰੀ ਤ੍ਰਿਕਟੀ ਠੀਕ ਹੁੰਦੀ ਹੈ। ਚੰਗੇ ਗੁਣਾਂ ਦੇ ਨਾਲ ਮੇਰੀ ਸੁਖਮਨਾ ਨਾੜੀ ਠੀਕ ਹੋ ਜਾਂਦੀ ਹੈ। ਚੰਗੇ ਗੁਣਾਂ ਦੇ ਨਾਲ ਮੇਰੇ ਨੱਕ, ਮੱਥਾ, ਅੱਖ, ਚਰਨ ਸਾਰੇ ਠੀਕ ਹੋ ਜਾਂਦੇ ਨੇ। ਚੰਗੇ ਗੁਣਾਂ ਦੇ ਨਾਲ ਮੇਰਾ ਅੰਨਾਪਨ ਠੀਕ ਹੋ ਜਾਂਦਾ ਹੈ, ਗੂੰਗਾਪਨ ਠੀਕ ਹੋ ਜਾਂਦਾ ਹੈ।